ਮੈਨੂੰ ਨਹੀਂ ਲੱਗਦਾ ਵੀ ਉਹਨਾਂ 'ਚ ਕੋਈ ਅਨਟ੍ਰੇਨਡ ਕੋਈ ਰਾਗੀ ਸਿੰਘ ਹੋਊਗਾ। ਉਹਨਾਂ ਦੀਆਂ ਉਮਰਾਂ ਲੰਘ ਗਈਆਂ। ਮੈਂ ਦੇਖਦਾ ਆ ਰਿਹਾ ਬਚਪਨ ਤੋਂ ਜਿਨ੍ਹਾਂ ਦੇ ਐਂ ਕਾਲੇ ਦਾੜੇ ਸੀ ਤੇ ਵਿਚਾਰਿਆਂ ਦੇ ਉਹਨਾਂ ਦੇ ਦਾੜੇ ਚਿੱਟੇ ਹੋ ਗਏ ਤੇ ਹਜੇ ਤੱਕ ਵੀ ਨਹੀਂ ਉਹਨਾਂ ਨੂੰ ਕੀਰਤਨ ਕਰਨਾ ਆਇਆ। ਤਾਂ ਉਹ ਫਿਰ ਮੰਨ ਲਓ ਕੀਰਤਨ ਕਦੋਂ ਸਿੱਖਣਗੇ ਇਹ ਤੋਂ ਬਾਅਦ, ਹੈ ਨਾ। ਇਹ ਸੁਣ ਕੇ ਮਨ ਬੜਾ ਦੁਖੀ ਹੋਇਆ ਵੀ ਜਿਹੜੇ ਸਥਾਨ 'ਤੇ ਜਾ ਕੇ ਸੰਗਤਾਂ ਉੱਥੇ ਆਪਦੇ ਦੁੱਖ ਦਰਦ ਕਲੇਸ਼ ਉਹਨਾਂ ਦੀ ਜਾ ਕੇ ਅਰਦਾਸ ਕਰਦੀਆਂ ਵੀ ਦਾਤਿਆ ਸਾਨੂੰ ਦੁੱਖਾਂ ਦਰਦਾਂ ਕਲੇਸ਼ਾਂ ਤੋਂ ਬਚਾ, ਹੈ ਨਾ। ਅਤੇ ਜੇ ਉੱਥੇ ਬੈਠੇ ਰਾਗੀ ਅਤੇ ਮੰਨ ਲਓ ਗ੍ਰੰਥੀ ਸਿੰਘ ਆਪਸ ਵਿੱਚ ਅੱਜ ਕਲੇਸ਼ ਨਾਲ ਜੂਝ ਰਹੇ ਹੈ, ਤਾਂ ਦੂਜੇ ਪਾਸੇ ਗੱਲ ਚੱਲਦੀ ਹੈ ਵੀ ਕੋਈ ਇਨਸਾਫ ਹੀ ਨਹੀਂ ਉਹਨਾਂ ਨੂੰ ਛੇਤੀ ਮਿਲ ਰਿਹਾ। ਮੈਂ ਤਾਂ ਸਾਡੇ ਬੜੇ ਸਤਿਕਾਰਯੋਗ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਬੜੇ ਪੜ੍ਹੇ ਲਿਖੇ ਨੇ। ਮੈਂ ਤਾਂ ਦੇਖੋ ਆਪਣੇ ਨੇੜੇ ਦਮਦਮਾ ਸਾਹਿਬ ਦੀ ਧਰਤੀ, ਮੈਂ ਤਾਂ ਇੱਕ ਨੇੜੇ ਦਾ ਵਸਿੰਦਾ ਹੋਣ ਕਰਕੇ ਜਿਵੇਂ ਛੇਕੜ ਗਮਾਂਡੀ ਦੀ ਗੱਲ ਮੰਨ ਲੈਂਦਾ। ਦੂਜੀ ਗੱਲ ਜਿਵੇਂ ਭਾਈ ਰਣਜੀਤ ਸਿੰਘ ਗੌਰ ਦੀ ਤੁਸੀਂ ਕੀਤੀ, ਮੈਂ ਵੀ ਸੁਣ ਰਿਹਾ ਸੀ, ਉਹ ਕਹਿੰਦਾ ਵੀ ਰਾਗੀ ਸਿੰਘਾਂ ਨੂੰ ਜੇ ਸੋਥੋਂ ਕੋਈ ਕੀਰਤਨ ਤੁਹਾਨੂੰ ਨਹੀਂ ਕਰਨਾ ਆਉਂਦਾ ਤੁਸੀਂ ਰਸਕੇ ਚਲਾਉਣ ਲੱਗ ਜਾਓ। ਔਰ ਦੁੱਖ ਬੜਾ ਹੋਇਆ। ਮੈਂ ਅਕਸਰ ਗਿਆਨੀ ਰਣਜੀਤ ਸਿੰਘ ਜੀ ਗੌਰ ਉਹਨਾਂ ਬਾਰੇ ਸੁਣਦਾ ਰਹਿਣਾ ਵੀ ਉਹ ਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਹੋਰੀ ਉਹਨਾਂ ਨਾਲ ਰਹਿੰਦੇ ਰਹੇ। ਜਿਹੜਾ ਚੰਦਨ ਦੇ ਨਿਕਟ ਰਹਿੰਦਾ ਉਹ ਵੀ ਚੰਦਨ ਦਾ ਰੂਪ ਬਣ ਜਾਂਦਾ। ਪਰ ਦੂਜੇ ਪਾਸੇ ਇਹ ਲਿਖਿਆ ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ ਜਾਂਦਾ, ਫਿਰ ਉਹ ਗੱਲ ਉਹਨਾਂ 'ਤੇ ਲਾਗੂ ਹੁੰਦੀ ਹੈ। ਅਤੇ ਜੇ ਕਿਤੇ ਕੋਈ ਵਧੀਆ ਫੈਸਲਾ ਕਰਦੇ ਜਾਂ ਹਜੇ ਵੀ ਸਮਾਂ ਕਰ ਸਕਦੇ ਹੈ, ਕੋਈ ਗੱਲ ਨਹੀਂ, ਫਿਰ ਉਹ ਵੀ ਗੱਲ ਹੋ ਜਾਊ ਵੀ ਉਹ ਬਾਕੀ ਚੰਦਨ ਦੇ ਨੇੜੇ ਰਹਿੰਦੇ ਚੰਦਨ ਬਣ ਗਏ ਸੀ, ਅਤੇ ਜਾਂ ਫਿਰ ਉਹ ਬਾਂਸ ਵਾਲਾ ਸੁਭਾਅ 'ਚ ਵੀ ਚੱਕੀ ਫਿਰਦੇ ਹੈ। ਖਾਸ ਕਰ ਜਦੋਂ ਦਰਬਾਰ ਸਾਹਿਬ ਤੋਂ ਕਿਤੇ ਕੀਰਤਨ ਚੱਲ ਰਿਹਾ ਹੋਵੇ, ਟੀਵੀ ਵਿੱਚ ਆ ਰਿਹਾ ਹੋਵੇ, ਜਾਂ ਕਿਤੇ ਉੱਥੇ ਜਾ ਕੇ ਪਰਿਕਰਮਾ 'ਚ ਬਹਿ ਕੇ ਸੁਣ ਰਹੇ ਹੋਈਏ, ਕਿਸੇ ਦੀ ਆਵਾਜ਼ ਆਉਣੀ ਅਸੀਂ ਪਸੰਦ ਨਹੀਂ ਕਰਦੇ, ਆਪ ਆਵਾਜ਼ ਕੀ ਕੱਢਣੀ ਹੈ। ਦੇਖੋ ਹੈਡ ਗ੍ਰੰਥੀ ਜਗਤਾਰ ਸਿੰਘ ਜੀ, ਉਹਨਾਂ ਨੇ ਰੋਕ ਕੇ ਕੀਰਤਨ ਨੂੰ ਕਿਹਾ ਤੁਸੀਂ ਆਹ ਸ਼ਬਦ ਨਹੀਂ ਪੜ੍ਹਨਾ, ਆਹ ਸ਼ਬਦ ਪੜ੍ਹਨਾ। ਇੰਨੇ ਵਾਰੀ ਟੋਕਣ ਦੀ ਬਜਾਏ ਰਾਗੀ ਸਿੰਘ ਕਿਹੜਾ ਕੋਈ ਵੱਖਰੇ ਨੇ, ਹੈਡ ਗ੍ਰੰਥੀ ਕਿਹੜਾ ਕੋਈ ਮੰਨ ਲਓ ਕੋਈ ਉੱਪਰ ਹੈ, ਆਪਣੀ ਕੌਮ ਦਾ ਹਿੱਸਾ ਹੈ, ਸਤਿਕਾਰਯੋਗ ਹਸਤੀ ਹੈ। ਰਾਗੀ ਸਿੰਘ ਵੀ ਆਪਣੇ ਨੇ, ਹੈਡ ਗ੍ਰੰਥੀ ਵੀ ਆਪਣੇ, ਅਤੇ ਫਿਰ ਇਕੱਠੇ ਬੈਠ ਕੇ ਕਦੇ ਮੀਟਿੰਗ ਕਰ ਲਿਆ ਕਰਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਗੱਲ ਕੀਤੀ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਪ੍ਰਚਾਰ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਜਿਵੇਂ ਕੀਰਤਨ ਉਹ ਗੁਰਬਾਣੀ ਦਾ ਕਰਨ ਲੱਗੇ ਕਿ ਸੰਗਤਾਂ ਨੂੰ ਸੁਣਨਾ ਚਾਹੀਦਾ, ਅਕਾਲ ਤਖਤ ਸਾਹਿਬ ਵੱਲੋਂ ਤੇ ਪਾਬੰਦੀ ਲੱਗ ਗਈ ਹੈ। ਕਦੇ ਨਾ ਕਦੇ ਤਾਂ ਐਂ ਕਹਦੇ ਕਰੋ ਰਾਖ ਲਿਓ ਹਮ ਤੇ ਵਿਗਰੀ, ਹਾਂ ਵੀ ਮੈਥੋਂ ਵੀ ਕਿਤੇ ਨਾ ਕਿਤੇ ਵਿਗਾੜ ਪੈ ਗਿਆ ਹੋਣਾ। ਮੈਨੂੰ ਲੱਗਦਾ ਫਿਰ ਇਹ ਦੋਨੇ ਤਰ੍ਹਾਂ ਨੇੜੇ ਹੋ ਸਕਦੀਆਂ ਜੇ ਕਿਤੇ ਐਂ ਮੰਨ ਲੈਣ ਵੀ ਰਾਖ ਲਿਓ ਹਮ ਤੇ ਵਿਗਰੀ, ਵੀ ਹੋ ਸਕਦਾ ਮੈਥੋਂ ਹੀ ਕਿਤੇ ਨਾ ਕਿਤੇ ਕੋਈ ਖਰਾਬੀ ਹੋ ਗਈ ਹੋਵੇ। ਪਰ ਉਹ ਮੰਨਣ ਵਾਸਤੇ ਤਿਆਰ ਨਹੀਂ ਭਾਈ ਸਾਹਿਬ ਜੀ। ਕਿਤੇ ਨਾ ਕਿਤੇ ਅੱਜ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਵੀ ਵਿੱਚ ਵਿਚਾਲੇ ਵਾਲੇ ਲੋਕ ਵਿਚਾਰੇ ਇੰਨੀ ਦੁਵਿਧਾ 'ਚ ਨੇ, ਕੋਈ ਉਹਦੇ ਨਾਲ ਜਾ ਖੜਦਾ, ਕੋਈ ਉਹਦੇ ਨਾਲ ਸਮਰਥ। ਅੱਜ ਸਿੱਖੀਜ਼ਮ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਅੱਜ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਸਿੱਧੀ ਗੱਲਬਾਤ। ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਰਾਗੀ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ। ਆਓ ਇਹਨਾਂ ਨਾਲ ਗੁਰਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਸਭ ਤੋਂ ਪਹਿਲਾਂ ਪ੍ਰਚਾਰ ਦਾ ਸਾਧਨ ਵੇਖਦੇ ਹਾਂ, ਸਭ ਤੋਂ ਪਹਿਲਾਂ ਵੇਖਦੇ ਹਾਂ ਅਤੇ ਉਹ ਹੈ ਕੀਰਤਨ। ਸੋ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਇਹ ਵੀ ਬੜੇ ਲੰਮੇ ਸਮੇਂ ਤੋਂ ਗੁਰਬਾਣੀ ਦਾ ਕੀਰਤਨ ਬੜੀ ਰਸ ਭਿੰਨੀ ਆਵਾਜ਼ ਦੇ ਵਿੱਚ ਸਮੇਂ ਦੌਰਾਨ ਸੰਗਤਾਂ ਦੇ ਵਿੱਚ ਆ ਕੇ ਕਰਦੇ ਆ ਰਹੇ ਨੇ। ਆਓ ਸਭ ਤੋਂ ਪਹਿਲਾਂ ਇਹਨਾਂ ਤੋਂ ਜਾਣਦੇ ਹਾਂ ਕੀਰਤਨ ਤੋਂ ਕੀ ਭਾਵ ਹੈ, ਕੀਰਤਨ ਦੀ ਸ਼ੁਰੂਆਤ ਕਦੋਂ ਹੋਈ। ਹਾਂਜੀ, ਕੀਰਤਨ ਸਿੱਖ ਧਰਮ ਦੇ ਪ੍ਰਚਾਰ ਦਾ ਪਹਿਲਾ ਸਾਧਨ ਹੈ ਜੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਉਮਰ ਕੀਰਤਨ ਹੀ ਕੀਤਾ, ਅਤੇ ਉਹਨਾਂ ਦੇ ਨਾਲ ਜਦੋਂ ਵੀ ਤੁਸੀਂ ਦੇਖੋਗੇ, ਮੈਂ ਦੇਖਦਾ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ ਚੱਲੇ, ਉਹਨਾਂ ਨਾਲ ਕੋਈ ਉਹਨਾਂ ਦਾ ਹੋਰ ਰਿਸ਼ਤੇਦਾਰ ਭੈਣ ਭਾਈ ਨਹੀਂ ਗਿਆ, ਉਹਨਾਂ ਨਾਲ ਉਹਨਾਂ ਨੇ ਕਦੇ ਆਪਣਾ ਕੋਈ ਰਸੋਈਆ ਨਹੀਂ ਰੱਖਿਆ, ਉਹਨਾਂ ਨੇ ਨਾ ਹੀ ਆਪਣੇ ਨਾਲ ਕੋਈ ਆਪਦਾ ਸੁਰੱਖਿਆ ਕਰਮਚਾਰੀ ਰੱਖਿਆ, ਪਰ ਉਹਨਾਂ ਨੇ ਸਾਰੀ ਉਮਰ ਆਪਣੇ ਨਾਲ ਕੀਰਤਨੀਆਂ ਜ਼ਰੂਰ ਰੱਖਿਆ। ਇਹਦਾ ਮਤਲਬ ਕੀਰਤਨ ਨੂੰ ਸਾਡੇ ਧਰਮ ਵਿੱਚ ਕਿੰਨੀ ਮਹਾਨਤਾ ਹੈ। ਜਿੰਨਾ ਚਿਰ ਭਾਈ ਮਰਦਾਨਾ ਜੀ ਨੇ ਹਾਂ ਨਹੀਂ ਕੀਤੀ ਉਦਾਸੀਆਂ 'ਤੇ ਜਾਣ ਵਾਸਤੇ, ਉਹਨਾਂ ਚਿਰ ਮਹਾਰਾਜ ਨੇ ਉਦਾਸੀਆਂ ਦਾ ਕਾਰਜ ਸ਼ੁਰੂ ਨਹੀਂ ਕੀਤਾ, ਅਤੇ ਜਦੋਂ ਭਾਈ ਮਰਦਾਨਾ ਜੀ ਚੜ੍ਹਾਈ ਕਰ ਗਏ ਉਦੋਂ ਬਾਅਦ ਉਦਾਸੀਆਂ ਸਮਾਪਤ ਕਰਤੀਆਂ। ਜਾਣੀ ਕਿ ਇੰਨਾ ਡੂੰਘਾ ਸਥਾਨ ਹੈ ਸਾਡੇ ਧਰਮ ਵਿੱਚ ਕੀਰਤਨ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੀ ਉਮਰ ਜੇ ਨਾਲ ਰੱਖਿਆ, ਨਾ ਤਾਂ ਬੱਚੇ ਨਾਲ ਰੱਖੇ, ਨਾ ਪਤਨੀ ਨਾਲ ਰੱਖੀ, ਨਾ ਮਾਂ ਪਿਓ ਨੂੰ ਨਾਲ ਰੱਖਿਆ, ਪਰ ਇੱਕ ਕੀਰਤਨੀਆਂ ਨੂੰ ਜ਼ਰੂਰ ਨਾਲ ਰੱਖਿਆ। ਇਹਦਾ ਮਤਲਬ ਕੀਰਤਨ ਇੱਕ ਬਹੁਤ ਵੱਡਾ ਸਾਧਨ ਹੈ ਪਰਮੇਸ਼ਰ ਦੀ ਪ੍ਰਾਪਤੀ ਲਈ, ਮਨ ਦੇ ਚੈਨ ਲਈ, ਅਤੇ ਪਰਮੇਸ਼ਰ ਦਾ ਗੁਣਗਾਨ ਕਰਨ ਲਈ, ਪ੍ਰਭੂ ਦੀ ਸਿਫਤ ਸਲਾਹ ਲਈ ਬਹੁਤ ਵੱਡਾ ਸਾਧਨ ਹੈ। ਇਹਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਦ ਹੀ ਸ਼ੁਰੂਆਤ ਕੀਤੀ, ਭਾਈ ਮਰਦਾਨਾ ਜੀ ਦਾ ਸਹਿਯੋਗ ਲਿਆ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ।
ਕੀਰਤਨ ਦੀ ਪਰੰਪਰਾ ਸਾਡੇ ਧਰਮ 'ਚ। ਜਿਵੇਂ ਕਿ ਕੀਰਤਨ ਆਪਾਂ ਵੇਖਦੇ ਹਾਂ, ਇੱਕ ਨਾਦ ਦਾ ਨਾਮ ਆਪਾਂ ਕਹਿ ਦਿੰਦੇ ਹਾਂ, ਤੇ ਕੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਇਦਾਂ ਦਾ ਕੁਝ ਚੱਲਦਾ ਸੀ? ਜਿਵੇਂ ਆਪਾਂ ਅੱਜ ਦੇ ਸਮੇਂ 'ਚ ਦੇਖਦੇ ਹਾਂ, ਕੋਈ ਗਾਉਣ ਗੀਤ ਗਾਏ ਜਾਂਦੇ ਹੈ, ਜਾਂ ਇਹਨੂੰ ਆਪਾਂ ਰਾਗਾਂ ਵਿੱਚ ਦੇਖੀਏ ਕਿ ਇਹ ਰਾਗ ਪਹਿਲਾਂ ਵੀ ਸਨ, ਜਾਂ ਇਹ ਕੀਰਤਨ ਤੋਂ ਫਿਰ ਇਹ ਕਿਵੇਂ ਕੀਰਤਨ ਵਿੱਚ ਤਬਦੀਲ ਹੋਇਆ? ਜਿਵੇਂ ਪਹਿਲਾਂ ਵੀ ਜਿਵੇਂ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਵੀ ਭਾਈ ਮਰਦਾਨਾ ਜੀ ਜਿਹੜੇ ਉਹ ਘਰਾਂ ਵਿੱਚ ਜਾ ਕੇ ਲੋਕਾਂ ਦੀ ਉਸਤਤੀ ਵਿੱਚ ਕੀਰਤਨ ਨਹੀਂ ਕਹਿ ਸਕਦੇ ਪਰ ਗਾਉਂਦੇ ਸਨ, ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਹਾਂਜੀ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਵੀ ਕੋਈ ਰਾਗਾਂ ਦੀ ਸ਼ੁਰੂਆਤ ਹੀ ਭਾਈ ਮਰਦਾਨਾ ਜੀ ਤੋਂ ਹੋਈ। ਰਾਗ ਪਹਿਲਾਂ ਵੀ ਸੀ, ਗੀਤ ਸੰਗੀਤ ਪਹਿਲਾਂ ਵੀ ਸੀ, ਪਰ ਮਹਾਰਾਜ ਨੇ ਰਾਗ ਰੂਪੀ ਬਰਤਨ ਦੇ ਵਿੱਚ ਕੀਰਤਨ ਨੂੰ ਪਰੋਸ ਕੇ ਹੋਰ ਵੀ ਚਾਰ ਚੰਨ ਲਾਤੇ। ਪਹਿਲਾਂ ਰਾਗ ਨਾਲ ਇਕੱਲਾ ਲੋਕਾਂ ਦੀ ਪ੍ਰਸੰਨਤਾ ਲਈ ਜਾਂਦੀ ਸੀ, ਮਹਾਰਾਜ ਨੇ ਕਿੱਡਾ ਵਧੀਆ ਇੱਕ ਰਸਤਾ ਬਣਾਇਆ ਵੀ ਰਾਗ ਨਾਲ ਪਰਮੇਸ਼ਰ ਨੂੰ ਵੀ ਪ੍ਰਸੰਨ ਕੀਤਾ ਜਾ ਸਕਦਾ ਹੈ। ਵੱਡੇ ਭਾਗ ਹਰਸਿਉਂ ਬਣੇ ਆਈ ਹੈ ਨਾ, ਭਾਰੀ ਕਰੀ ਤਪੱਸਿਆ, ਉਹ 'ਚ ਕੀਰਤਨ ਵੀ ਇੱਕ ਤਪੱਸਿਆ ਦਾ ਰੂਪ ਹੀ ਮੰਨ ਲਓ ਗਿਣਿਆ ਜਾਂਦਾ ਆਪਣੇ ਪੰਥ 'ਚ। ਅਤੇ ਮੇਰਾ ਕਹਿਣ ਤੋਂ ਇਹ ਭਾਵ ਸੀ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਬੇਸ਼ੱਕ ਸੰਗੀਤ ਸੀ, ਹੋਊਗਾ ਆਦਿ ਨਾਦੀ ਕਾਲ ਤੋਂ, ਪਰ ਮਹਾਰਾਜ ਨੇ ਇਸ ਰਾਗ ਰੂਪੀ ਬਰਤਨ ਦੇ ਵਿੱਚ ਜਦੋਂ ਗੁਰਬਾਣੀ ਦੇ ਸ਼ਬਦ ਨੂੰ ਪਰੋਸਿਆ, ਹੋਰ ਵੀ ਚਾਰ ਚੰਨ ਲੱਗੇ। ਫਿਰ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਹੋਰ ਵੀ ਚਾਰ ਚੰਨ ਲੱਗ ਜਾਂਦੇ ਆ ਜਦੋਂ ਗੁਰਬਾਣੀ ਨੂੰ ਕੀਰਤਨ ਰੂਪ ਵਿੱਚ ਗਾਇਆ ਜਾਂਦਾ ਹੈ। ਜਿਵੇਂ ਕਿ ਤੁਸੀਂ ਵਿੱਚ ਗੱਲ ਕੀਤੀ ਮਨ ਦੀ ਸ਼ਾਂਤੀ ਦੀ, ਦੋ ਪੱਖ ਨੇ, ਇੱਕ ਹੁੰਦਾ ਦੁੱਖ, ਇੱਕ ਹੁੰਦਾ ਸੁੱਖ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਜ਼ਿੰਦਗੀ ਦੇ ਅਨੁਭਵ ਤੋਂ ਦੱਸੋ, ਕੀਰਤਨ ਜਿਹੜਾ ਹੈ ਇਹ ਦੁੱਖ ਕਿਵੇਂ ਕੱਟਦਾ ਹੈ? ਹਾਂਜੀ, ਚਲੋ ਜਿੰਨਾ ਕੁ ਅਨੁਭਵ ਪਰਮੇਸ਼ਰ ਨੇ ਜ਼ਿੰਦਗੀ ਵਿੱਚ ਕਰਵਾਇਆ, ਕਾਫੀ ਸਾਰੀਆਂ ਉਦਾਹਰਨਾਂ ਜਿਹੜੀਆਂ ਜ਼ਿੰਦਗੀ 'ਚ ਵਿਚਰ ਕੇ ਦੇਖੀਆਂ, ਖੁਦ ਸੰਗਤਾਂ ਦੀ ਔਰ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਵੀਰਾਂ ਦੀ ਜਵਾਨੀ ਵੀ ਸੁਣੀਆਂ। ਵੀ ਪਹਿਲਾਂ ਅਸੀਂ ਉਸ ਕਲਾਕਾਰ ਨੂੰ ਸੁਣਦੇ ਹੁੰਦੇ ਸੀ, ਕੋਈ ਕਿਸੇ ਨੂੰ ਸੁਣਦਾ, ਕੋਈ ਕਿਸੇ ਨੂੰ। ਮੈਂ ਸ਼ਾਇਦ ਪਿਛਲੀ ਇੰਟਰਵਿਊ ਵਿੱਚ ਵੀ ਬੇਨਤੀ ਕੀਤੀ ਸੀ, ਕੁਝ ਮੇਰੇ ਦੋਸਤ ਕਿਸਾਨ ਵੀ ਰਹੇ ਜੇ ਨੇ, ਉਹ ਕੀਰਤਨ ਸੁਣਨ ਵਾਲੇ ਪਾਸੇ ਆਏ, ਉਹਨਾਂ ਨੂੰ ਕਿਸੇ ਨਾ ਕਿਸੇ ਜਥੇ ਦਾ ਕੀਰਤਨ ਵਧੀਆ ਲੱਗਿਆ, ਗੁਰਬਾਣੀ ਦੀ ਕੋਈ ਕਥਾ ਵਿਆਖਿਆ ਕੀਰਤਨ ਜਦੋਂ ਵਧੀਆ ਲੱਗਿਆ, ਹੌਲੀ ਹੌਲੀ ਖੇਤ ਵਿੱਚ ਕੀਰਤਨੀ ਟਰੈਕਟਰਾਂ 'ਤੇ ਮੈਂ ਵੱਜਦਾ ਸੁਣਦਾ ਉਹਨਾਂ ਦੇ। ਉਸ ਤੋਂ ਬਾਅਦ ਘਰ ਦਾ ਸਾਰਾ ਮਾਹੌਲ ਚੇਂਜ ਹੁੰਦਾ ਦਿਖਿਆ। ਘਰ ਦੇ ਵਿੱਚੋਂ ਨਸ਼ਾ ਪੱਤਾ ਜਾਂਦਾ ਦਿਖਿਆ ਉਹਨਾਂ ਦੇ, ਘਰ ਦੇ ਵਿੱਚੋਂ ਜਿਹੜਾ ਕਲੇਸ਼ ਸੀ ਨਸ਼ੇ ਪੱਤੇ ਦੀ ਵਜ੍ਹਾ ਕਰਕੇ ਉਹ ਜਾਂਦਾ ਦਿਸਿਆ। ਸਾਰੇ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੁੰਦਾ। ਮੈਂ ਕੁਝ ਗੁਰਸਿੱਖਾਂ ਦੀਆਂ ਉਦਾਹਰਨਾਂ ਦੇ ਸਕਦਾ ਜੇ ਤੁਸੀਂ ਕਹੋ ਤਾਂ। ਮੇਰਾ ਕਹਿਣ ਤੋਂ ਭਾਵ ਕੀਰਤਨ ਸਾਡੇ ਦੁੱਖ ਇਸ ਤਰੀਕੇ ਨਾਲ ਅੱਜ ਕੱਟ ਰਿਹਾ ਹੈ। ਸਾਡੇ ਘਰਾਂ ਦੇ ਵਿੱਚੋਂ ਜਿਹੜਾ ਹੈ ਮੰਨ ਲਓ ਨਸ਼ਾ ਪੱਤਾ, ਜਦੋਂ ਬੰਦਾ ਕੀਰਤਨ ਨਾਲ ਜੁੜ ਜਾਂਦਾ ਪ੍ਰੋਪਰ, ਹਾਂ ਕਿ ਉਤਲੇ ਮਨੋਂ ਕਰਦਾ, ਉਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ। ਬੜੀ ਦੁਨੀਆ ਹੋਰ ਪ੍ਰਕਾਰ ਦੀ ਅੱਜ ਪਈ ਹੈ, ਇਹਦੇ 'ਚ ਆਪਾਂ ਮੁਨਕਰ ਨਹੀਂ ਹੋ ਸਕਦੇ। ਪਰ ਜਿਹੜਾ ਬਦਲਣਾ ਚਾਹੁੰਦਾ ਸੀ, ਜਿਹੜੇ ਨੇ ਇਹ ਤੋਂ ਕੁਝ ਸੇਧ ਲੈ ਕੇ ਆਪਣੇ ਦੁੱਖ ਕੱਟਣੇ ਚਾਹੇ, ਉਹਨਾਂ ਦੇ ਦੁੱਖ ਬਾਕੀ ਦੂਰ ਕੀਤੇ, ਉਹਨਾਂ ਦਾ ਜੀਵਨ ਤਬਦੀਲ ਹੋਇਆ। ਘਰੋਂ ਨਸ਼ਾ ਪੱਤਾ ਜਾਂਦਾ ਰਿਹਾ, ਗੁਰਮੁਖ ਤਾਈ ਵਾਲਾ ਜੀਵਨ ਬਣ ਗਿਆ। ਉਹਨਾਂ ਦੇ ਵਿਆਹਾਂ ਸ਼ਾਦੀਆਂ ਵਿੱਚ ਵੀ ਮੈਂ ਦੇਖਿਆ ਵੀ ਜਿਹੜੇ ਪਹਿਲਾਂ ਕਰਦੇ ਹੁੰਦੇ ਸੀ ਅਸੀਂ ਤਾਂ ਵੀ ਇਸ ਤਰ੍ਹਾਂ ਦਾ ਸੰਗੀਤ ਲਵਾਵਾਂਗੇ, ਜਿਵੇਂ ਅੱਜ ਕੱਲ੍ਹ ਚੱਲ ਰਿਹਾ ਬੜਾ ਕੁਝ, ਵੀ ਆਰਕੈਸਟਰਾਂ ਲਵਾਵਾਂਗੇ। ਮੁੜ ਕੇ ਉਹ ਪਰਿਵਾਰ ਮੈਂ ਇਹ ਕਹਿੰਦੇ ਦੇਖੇ 2 ਘੰਟੇ ਕੀਰਤਨ ਕਰਾਵਾਂਗੇ, ਉਹ ਸਿਰ ਦੁਖਣ ਵਾਲਾ ਸੰਗੀਤ ਉਹ ਆਪਾਂ ਨਹੀਂ ਘਰੇ ਸੁਣਾਉਣਾ ਜੀ। ਸੋ ਇਹ ਤੁਸੀਂ ਕੀਰਤਨ ਦੀ ਮਹਾਨਤਾ ਬਾਰੇ ਦੱਸਿਆ ਕਿ ਕੀਰਤਨ ਨਾਲ ਜੁੜ ਕੇ ਮਨੁੱਖ ਕਿਵੇਂ ਆਪਣੀ ਅੰਤਰ-ਆਤਮੇ ਸ਼ਾਂਤੀ ਪਾਉਂਦਾ ਹੈ। ਅਗਲੀ ਜਿਹੜੀ ਗੱਲ ਹੈ, ਜੋ ਪਿਛਲੇ ਦਿਨਾਂ ਤੋਂ ਇੱਕ ਮੁੱਦਾ ਬੜਾ ਪ੍ਰਚਲਿਤ ਹੁੰਦਾ ਆ ਰਿਹਾ ਹੈ, ਬੜਾ ਹੀ ਜਿਹੜਾ ਹੈ ਜ਼ਿਆਦਾ ਅੱਗ ਵਾਂਗੂ ਭਖਦਾ ਜਾ ਰਿਹਾ ਹੈ, ਉਹ ਇਹ ਹੈ ਦਰਬਾਰ ਸਾਹਿਬ ਤੋਂ ਹੁੰਦੇ ਕੀਰਤਨੀ ਸਿੰਘਾਂ ਦੇ ਦੁਰਵਿਹਾਰ ਦੀ। ਕਿ ਜਿਵੇਂ ਤੁਸੀਂ ਕੀਰਤਨ ਦੀ ਗੱਲ ਕੀਤੀ, ਜੋ ਕੀਰਤਨ ਨੂੰ ਗਾਉਂਦਾ ਹੈ, ਗੁਰਬਾਣੀ ਨੂੰ ਗਾਉਂਦਾ ਹੈ, ਉਹਨੂੰ ਕੀਰਤਨੀਆਂ ਕਿਹਾ ਜਾਂਦਾ ਹੈ। ਉਹ ਕੀਰਤਨੀਆਂ ਦਾ ਜਿਹੜਾ ਦੁਰਵਿਹਾਰ ਦਰਬਾਰ ਸਾਹਿਬ ਦੀ ਧਰਤੀ 'ਤੇ ਹੋ ਰਿਹਾ, ਜਿੱਥੋਂ ਕਿ ਸਾਨੂੰ ਵੱਡੀ ਵੱਡੀ ਆਸ ਸੀ, ਉੱਥੋਂ ਹੋ ਰਿਹਾ। ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖੋਗੇ? ਜਿਵੇਂ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ, ਉਹਨਾਂ ਨੇ ਇੱਕ ਬੜੇ ਜਿਹੜੇ ਸ਼ਬਦ ਬੋਲੇ, ਭੈੜੇ ਆਪਾਂ ਸ਼ਬਦ ਆਖ ਸਕਦੇ ਹਾਂ, ਬੋਲੇ ਨੇ ਕਿ ਦਾੜੀਆਂ ਤੱਕ ਝਾੜੀਆਂ ਜਾਂਦੀਆਂ, ਪਰਚੀ ਦੇਖੀ ਜਾਂਦੀ। ਪਿਛਲੇ ਦਿਨਾਂ 'ਚ ਇੰਟਰਵਿਊ ਆਈਆਂ ਕਿ ਝੋਲੀਆਂ 'ਚ ਪਈਆਂ ਪਰਚੀਆਂ ਵੇਖੀਆਂ ਜਾਂਦੀਆਂ। ਉਹਨਾਂ ਗੱਲਾਂ ਨੂੰ ਕਿਵੇਂ ਵੇਖਦੇ ਹੋ? ਭਾਈ ਸਾਹਿਬ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ, ਤੁਹਾਡਾ ਹੱਕ ਬਣਦਾ ਸੀ ਕਰਨ ਦਾ। ਮੈਂ ਤਾਂ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਕਹਿਣਾ ਵੀ ਸਾਡਾ ਜਿਹੜਾ ਇਹ ਭਖ ਦਾ ਮੁੱਦਾ, ਇਹ 'ਤੇ ਕੇਂਦਰਿਤ ਆਪਾਂ ਨੂੰ ਹੋਣਾ ਚਾਹੀਦਾ ਔਰ ਸੱਚੇ ਮਨੋਂ ਰਾਗੀ ਸਿੰਘਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਚਲੋ, ਇਨਸਾਨ ਤੋਂ ਕਿਤੇ ਨਾ ਕਿਤੇ ਜੇ ਕੋਈ ਗਲਤੀ ਹੁੰਦੀ ਹੈ, ਉਹਨੂੰ ਪਹਿਲੀ ਗੱਲ ਤਾਂ ਉਹਨਾਂ ਦੀ ਕੋਈ ਗਲਤੀ ਦਿਸ ਨਹੀਂ ਰਹੀ। ਮੈਨੂੰ ਨਹੀਂ ਲੱਗਦਾ ਵੀ ਉਹਨਾਂ 'ਚ ਕੋਈ ਅਨਟ੍ਰੇਨਡ ਕੋਈ ਰਾਗੀ ਸਿੰਘ ਹੋਊਗਾ। ਉਹਨਾਂ ਦੀਆਂ ਉਮਰਾਂ ਲੰਘ ਗਈਆਂ। ਮੈਂ ਦੇਖਦਾ ਆ ਰਿਹਾ ਬਚਪਨ ਤੋਂ, ਜਿਨ੍ਹਾਂ ਦੇ ਕਾਲੇ ਦਾੜੇ ਸੀ ਅਤੇ ਵਿਚਾਰਿਆਂ ਦੇ ਉਹਨਾਂ ਦੇ ਦਾੜੇ ਚਿੱਟੇ ਹੋ ਗਏ, ਅਤੇ ਹਜੇ ਤੱਕ ਵੀ ਨਹੀਂ ਉਹਨਾਂ ਨੂੰ ਕੀਰਤਨ ਕਰਨ ਆਇਆ। ਤਾਂ ਉਹ ਫਿਰ ਮੰਨ ਲਓ ਕੀਰਤਨ ਕਦੋਂ ਸਿੱਖਣਗੇ? ਤੋਂ ਬਾਅਦ ਹੈ ਨਾ।
ਨੰਬਰ 2 ਤੇ ਜਿਵੇਂ ਉੱਥੇ ਇੱਕ ਪ੍ਰਕਿਰਿਆ ਹੈ ਵੀ ਪੂਰੀ ਟ੍ਰੇਨ ਆਪਣੇ ਜਿਹੜੀ ਹੈ ਉਹਨਾਂ ਦੀ ਇੱਕ ਪ੍ਰਕਿਰਿਆ ਹੈ ਜਿਹਦੇ ਰਾਹੀਂ ਰਾਗੀ ਸਿੰਘ ਭਰਤੀ ਕੀਤੇ ਜਾਂਦੇ ਆ। ਉਹ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਰਾਗੀ ਸਿੰਘ ਉੱਥੇ ਭਰਤੀ ਹੁੰਦੇ ਆ, ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਕੀਰਤਨ ਨਹੀਂ ਕਰਨਾ ਆਉਂਦਾ। ਭਾਈ ਸਾਹਿਬ ਜੀ, ਦਰਬਾਰ ਸਾਹਿਬ ਦੇ ਰਾਗੀ ਜਥਿਆਂ ਦਾ ਸੰਗਤਾਂ ਦੇ ਦਿਲ ਵਿੱਚ ਇੰਨਾ ਸਤਿਕਾਰ ਹੈ। ਪਿੱਛੇ ਜੇ ਦਰਬਾਰ ਸਾਹਿਬ ਦੇ ਇੱਕ ਕੀਰਤਨੀਏ ਮੈਨੂੰ ਮਿਲੇ, ਮੈਂ ਉਹਨਾਂ ਦਾ ਬੜਾ ਸਤਿਕਾਰ ਕੀਤਾ, ਹੱਕ ਵੀ ਬਣਦਾ ਹੈ। ਤੇ ਉਹਨਾਂ ਵਿੱਚ ਇੰਨੀ ਨਿਮਰਤਾ, ਭਾਈ ਜਗਦੀਪ ਸਿੰਘ ਜੀ ਆਪਣੇ ਨੇੜੇ ਪਿੰਡ ਸਖਚੈਨ ਆਏ ਸੀ, ਉਹਨਾਂ ਨੇ ਇੱਕ ਗੱਲ ਆਖੀ, ਕਹਿੰਦਾ ਵੀ ਕੀਰਤਨੀਏ ਤੁਸੀਂ ਵੀ ਹੋ ਤੇ ਸਾਰੇ ਸਤਿਕਾਰਯੋਗ ਹੋ। ਮੈਂ ਕਿਹਾ ਨਹੀਂ ਭਾਈ ਸਾਹਿਬ ਜੀ, ਤੁਸੀਂ ਬਾਹਲੇ ਸਤਿਕਾਰਯੋਗ ਹੋ, ਵੀ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਕੀਰਤਨੀਏ ਹੋ। ਉਹ ਕਹਿੰਦਾ ਹਾਂ ਇਹ ਗੱਲ ਜ਼ਰੂਰ ਹੈ, ਇਹ ਗੱਲ ਹੁੰਦੀ ਹੈ ਵੀ ਕਾਗਜ਼ ਉਹੀ ਹੁੰਦਾ ਹੈ, ਉੱਤੇ ਜੇ ਕਿਤੇ ਪਾਕਿਸਤਾਨ ਦੀ ਮੋਹਰ ਲੱਗ ਜੇ ਉਹਦੀ ਕੀਮਤ ਹੋਰ ਘਟ ਜਾਂਦੀ ਹੈ, ਹਿੰਦੁਸਤਾਨ ਦੀ ਮੋਹਰ ਲੱਗ ਜੇ ਉਹ ਰੁਪਈਆ ਬਣ ਜਾਂਦਾ, ਕਿਤੇ ਉਸੇ ਕਾਗਜ਼ ਤੇ ਇੰਗਲੈਂਡ ਦੇ ਕੈਨੇਡਾ ਦੇ ਉਹਨਾਂ ਦੀ ਮੋਹਰ ਲੱਗ ਜੇ ਉਹੀ ਡਾਲਰ ਪਾਉਂਡ ਬਣ ਜਾਂਦਾ, ਕਾਗਜ਼ ਉਹੀ ਹੁੰਦਾ, ਬਹੁਤ ਜ਼ਿਆਦਾ ਕੀਮਤੀ ਹੋ ਜਾਂਦਾ। ਉਹ ਕਹਿੰਦਾ ਵੀ ਸਾਡੇ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਾਡੇ ਤੇ ਆਪਦੇ ਕੀਰਤਨੀਏ ਹੋਣ ਦੀ ਮੋਹਰ ਲਾਤੀ ਤੇ ਸਾਡਾ ਬੜਾ ਇੱਜ਼ਤਮਾਨ ਹੈ। ਪਰ ਆਹ ਜਿਹੜਾ ਹੁਣ ਮੁੱਦਾ ਜਿਹੜੀ ਦੀ ਤੁਸੀਂ ਗੱਲ ਕੀਤੀ, ਇਹ ਸੁਣ ਕੇ ਮਨ ਬੜਾ ਦੁਖੀ ਹੋਇਆ ਵੀ ਜਿਹੜੇ ਸਥਾਨ ਤੇ ਜਾ ਕੇ ਸੰਗਤਾਂ ਉੱਥੇ ਆਪਦੇ ਦੁੱਖ ਦਰਦ ਕਲੇਸ਼ ਉਹਨਾਂ ਦੀ ਜਾ ਕੇ ਅਰਦਾਸ ਕਰਦੀਆਂ ਵੀ ਦਾਤਿਆ ਸਾਨੂੰ ਦੁੱਖਾਂ ਦਰਦਾਂ ਕਲੇਸ਼ਾਂ ਤੋਂ ਬਚਾ, ਹੈ ਨਾ, ਤੇ ਜੇ ਉੱਥੇ ਬੈਠੇ ਰਾਗੀ ਤੇ ਮੰਨ ਲਓ ਗ੍ਰੰਥੀ ਸਿੰਘ ਆਪਸ ਵਿੱਚ ਅੱਜ ਕਲੇਸ਼ ਨਾਲ ਜੂਝ ਰਹੇ ਹੈ, ਤਾਂ ਦੂਜੇ ਪਾਸੇ ਗੱਲ ਚੱਲਦੀ ਹੈ ਵੀ ਕੋਈ ਇਨਸਾਫ ਹੀ ਨਹੀਂ ਉਹਨਾਂ ਨੂੰ ਛੇਤੀ ਛੇਤੀ ਮਿਲ ਰਿਹਾ। ਮੈਂ ਤਾਂ ਸਾਡੇ ਬੜੇ ਸਤਿਕਾਰਯੋਗ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਬੜੇ ਪੜ੍ਹੇ ਲਿਖੇ ਨੇ। ਮੈਂ ਤਾਂ ਦੇਖੋ ਆਪਣੇ ਨੇੜੇ ਹੀ ਦਮਦਮਾ ਸਾਹਿਬ ਦੀ ਧਰਤੀ, ਮੈਂ ਤਾਂ ਇੱਕ ਨੇੜੇ ਦਾ ਬਸਿੰਦਾ ਹੋਣ ਕਰਕੇ ਜਿਵੇਂ ਛੇਕੜ ਗਮਾਂਡੀ ਦੀ ਗੱਲ ਮੰਨ ਲੈਂਦਾ, ਮੈਂ ਤਾਂ ਐਂ ਵੀ ਜ਼ਰੂਰ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜੀ ਤੁਹਾਡੇ ਲਈ ਕੀ ਵੱਡੀ ਗੱਲ ਹੈ, ਤੁਸੀਂ ਦੋਹਾਂ ਧਿਰਾਂ ਨੂੰ ਇਕੱਠੇ ਬਿਠਾਓ। ਤੇ ਆਹ ਜਿਹੜਾ ਐਡਾ ਇੱਕ ਬੁਰਾ ਮੈਸੇਜ ਸੰਸਾਰ ਦੇ ਲੋਕਾਂ ਨੂੰ ਜਾ ਰਿਹਾ ਵੀ ਜੇ ਉੱਥੇ ਕੀਰਤਨੀਆਂ ਦਾ ਆਹ ਹਾਲ ਹੈ ਤਾਂ ਆਮ ਬੰਦਾ ਕਿੱਥੋਂ ਅਕਾਲ ਤਖਤ ਤੋਂ ਆਸ ਲਾਊਗਾ ਵੀ ਮੈਨੂੰ ਇਨਸਾਫ ਮਿਲੂਗਾ। ਅਕਾਲ ਤਖਤ ਦੇ ਆਪਾਂ ਰੋਜ਼ ਇਹੀ ਕਹਿੰਦੇ ਨਾ ਵੀ ਉੱਥੋਂ ਉਹ ਸਿੱਖਾਂ ਦੀ ਇੱਕ ਵੱਡੀ ਧਾਰਮਿਕ ਜਥੇਬੰਦੀ ਹੈ, ਅਕਾਲ ਤਖਤ ਸਰਬ ਉੱਚ ਹੈ, ਸਾਡੀ ਬਹੁਤ ਇੱਕ ਸੁਪਰੀਮ ਪਾਵਰ ਹੈ, ਉੱਥੋਂ ਸਿੱਖ ਨੂੰ ਇਨਸਾਫ ਮਿਲਦਾ ਹੈ। ਤੇ ਜਿਹੜੇ ਉੱਥੋਂ ਥੋੜ੍ਹੀ ਜਿਹੀ ਦੂਰੀ ਤੇ ਬੈਠੇ ਕੀਰਤਨ ਕਰ ਰਹੇ ਹੁੰਦੇ ਆ, ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਕੋਈ ਸਿੰਘਪੁਰੇ ਬੈਠਾ, ਚਾਹੇ ਪਿੰਡ ਫੱਗੂ ਬੈਠਾ ਜਾਂ ਮੰਡੀ ਕਾਲਿਆਂ ਵਾਲੀ ਬੈਠਾ, ਉਹ ਸਿੱਖੀ ਸੋਚੂਗਾ ਜੇ ਕੋਈ ਮੈਨੂੰ ਸਮੱਸਿਆ ਆਈ ਤੇ ਮੈਨੂੰ ਉੱਥੋਂ ਇਨਸਾਫ ਮਿਲ ਜੂਗਾ। ਇਸ ਕਰਕੇ ਬੇਨਤੀ ਹੈ ਵੀ ਦੂਜੀ ਗੱਲ ਜਿਵੇਂ ਭਾਈ ਰਣਜੀਤ ਸਿੰਘ ਗੌਰ ਦੀ ਤੁਸੀਂ ਕੀਤੀ, ਮੈਂ ਵੀ ਸੁਣ ਰਿਹਾ ਸੀ, ਉਹ ਕਹਿੰਦਾ ਵੀ ਰਾਗੀ ਸਿੰਘਾਂ ਨੂੰ ਜੇ ਸੋਥੋਂ ਕੋਈ ਆਹ ਕੀਰਤਨ ਤੁਹਾਨੂੰ ਨਹੀਂ ਕਰਨਾ ਆਉਂਦਾ ਤੁਸੀਂ ਰਿਸਕੇ ਚਲਾਉਣ ਲੱਗ ਜਾਓ। ਤੇ ਮੈਂ ਹੈਰਾਨ ਹੋਇਆ ਵੀ ਸੰਗਤਾਂ ਤਾਂ ਐਂ ਚਾਹੁੰਦੀਆਂ ਵੀ ਇੱਦਾਂ ਦੇ ਕੀਰਤਨੀਏ ਵੀ ਮੈਂ ਦੇਖੇ ਵੀ ਜਿਨ੍ਹਾਂ ਨੂੰ ਸੰਗਤਾਂ ਨੇ ਕਾਰਾਂ ਵੀ ਲੈ ਕੇ ਦਿੱਤੀਆਂ, ਜਾਂ ਚਲੋ ਜੇ ਮੈਂ ਬੇਨਤੀ ਕਰਾਂ ਵੀ ਕਿਸੇ ਰਾਗੀ ਜਿੱਥੇ ਕੋਲੇ ਕਾਰ ਹੈ ਜਾਂ ਸੋਹਣਾ ਮਕਾਨ ਹੈ, ਉਹ ਸੰਗਤਾਂ ਦੀ ਮਾਇਆ ਨਾਲ ਹੀ ਬਣਿਆ। ਹਰੇਕ ਰਾਗੀ ਜਥੇ ਦੇ ਘਰ ਦੀ ਕੱਲੀ ਇੱਟ ਤੇ ਗੁਰੂ ਨਾਨਕ ਦੀ ਸੰਗਤ ਦੀ ਮਾਇਆ ਲੱਗੀ ਹੈ, ਉਹਦੀ ਗੱਡੀ 'ਚ ਪੈਟਰੋਲ ਪੈਂਦਾ ਜਾਂ ਡੀਜ਼ਲ ਪੈਂਦਾ, ਉਹ ਗੁਰੂ ਨਾਨਕ ਦੇਵ ਜੀ ਦੀ ਸੰਗਤ ਦੀ ਮਾਇਆ ਨਾਲ ਪੈ ਰਿਹਾ। ਦੂਜੇ ਪਾਸੇ ਉਹਨਾਂ ਨੂੰ ਇਹ ਆਖਿਆ ਜਾਂਦਾ ਤੁਸੀਂ ਇਹ ਕੰਮ ਛੱਡ ਕੇ ਰਸਕੇ ਚਲਾਉਣ ਲੱਗ ਜਾਓ। ਔਰ ਦੁੱਖ ਬੜਾ ਹੋਇਆ, ਮੈਂ ਅਕਸਰ ਗਿਆਨੀ ਰਣਜੀਤ ਸਿੰਘ ਜੀ ਗੌਰ ਉਹਨਾਂ ਬਾਰੇ ਸੁਣਦਾ ਰਹਿਣਾ ਵੀ ਉਹ ਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਹੋਰੀ ਉਹਨਾਂ ਨਾਲ ਰਹਿੰਦੇ ਰਹੇ ਨੇ, ਉਹਨਾਂ ਤੋਂ ਉਹਨਾਂ ਨੇ ਵਿੱਦਿਆ ਗ੍ਰਹਿਣ ਕੀਤੀ, ਉਹਨਾਂ ਨਾਲ ਲੰਮਾ ਸਮਾਂ ਗੁਜ਼ਾਰਿਆ। ਤੇ ਬਾਣੀ 'ਚ ਤਾਂ ਇਹ ਲਿਖਿਆ ਵੀ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਜਿਹੜਾ ਚੰਦਨ ਦੇ ਨਿਕਟ ਰਹਿੰਦਾ ਉਹ ਵੀ ਚੰਦਨ ਦਾ ਰੂਪ ਬਣ ਜਾਂਦਾ। ਪਰ ਦੂਜੇ ਪਾਸੇ ਇਹ ਲਿਖਿਆ ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ ਜਾਂਦਾ, ਫਿਰ ਉਹ ਗੱਲ ਉਹਨਾਂ ਤੇ ਲਾਗੂ ਹੁੰਦੀ ਹੈ। ਤੇ ਜੇ ਕਿਤੇ ਕੋਈ ਵਧੀਆ ਫੈਸਲਾ ਕਰਦੇ ਜਾਂ ਹਜੇ ਵੀ ਸਮਾਂ ਕਰ ਸਕਦੇ ਹੈ, ਕੋਈ ਗੱਲ ਨਹੀਂ, ਫਿਰ ਉਹ ਵੀ ਗੱਲ ਹੋ ਜਾਊ ਵੀ ਉਹ ਬਾਕੀ ਚੰਦਨ ਦੇ ਨੇੜੇ ਰਹਿੰਦੇ ਚੰਦਨ ਬਣ ਗਏ ਸੀ, ਤੇ ਜਾਂ ਫਿਰ ਉਹ ਬਾਂਸ ਵਾਲਾ ਸੁਭਾਅ 'ਚ ਵੀ ਚੱਕੀ ਫਿਰਦੇ ਆ। ਤੇ ਸੁਣ ਕੇ ਦੁੱਖ ਬੜਾ ਹੋਇਆ ਜੀ ਵੀ ਜਦੋਂ ਦਰਬਾਰ ਸਾਹਿਬ ਦੇ ਕੀਰਤਨੀਆਂ ਨੂੰ ਇਦਾਂ ਬੋਲਿਆ ਜਾਂਦਾ ਹੈ। ਔਰ ਪਹਿਲੀ ਗੱਲ ਕੋਈ ਵੈਸੀ ਮੇਰੀ ਇਹ ਜ਼ਿੰਦਗੀ ਦਾ ਇੱਕ ਤਜਰਬਾ ਰਿਹਾ, ਮੈਂ ਏਰੀਏ 'ਚ ਵਿਚਰ ਕੇ ਦੇਖਿਆ, ਹਰੇਕ ਬੰਦਾ ਜੇ ਕਿਸੇ ਕੋਲੇ 2 ਕਿੱਲੇ ਜ਼ਮੀਨ ਹੈ ਉਹ ਚਾਹੁੰਦਾ ਮੇਰੀ 2 ਦੀ ਦੋਨੇ ਕਿੱਲੇ ਵਿਕ ਜੇ, ਮੇਰਾ ਮੁੰਡਾ ਕੈਨੇਡਾ ਵਗ ਜੇ। ਉਹ ਚਾਹੁੰਦਾ ਮੇਰਾ ਮੁੰਡਾ, ਮੈਂ ਕੋਈ 10 ਲੱਖ ਰਿਸ਼ਵਤ ਦੇ ਕੇ ਪੁਲਿਸ 'ਚ ਭਰਤੀ ਕਰਾ ਸਕਦਾ, ਮੈਂ ਰਿਸ਼ਵਤ ਦੇ ਕੇ ਉਹਨੂੰ ਕਿਤੇ ਨਾ ਕਿਤੇ ਹੋਰ ਮਹਿਕਮੇ ਵਿੱਚ ਸੈਟਲ ਕਰਵਾ ਸਕਦਾ। ਪਰ ਬਹੁਤ ਬਿਰਲੇ ਘਰ ਨੇ ਕੋਈ ਜਿਹੜਿਆਂ ਦਾ ਕੋਈ ਜਾਂ ਤਾਂ ਰੱਬ ਦੀ ਕਿਰਪਾ ਹੋਣੀ ਹੈ ਜਾਂ ਜਿਹੜੇ ਨੂੰ ਕੋਈ ਹੋਰ ਪਾਸਾ ਝੱਲਦਾ ਨਹੀਂ ਹੋਣਾ, ਉਹ ਤਾਂ ਭਲਾ ਕੋਈ ਸੋਚ ਲੇ ਮੈਂ ਕੀਰਤਨ ਵਾਲੇ ਪਾਸੇ ਆ ਜਾਂ। ਔਰ ਜਦੋਂ ਦਾ ਮਸਲਾ ਭਖਿਆ ਭਾਈ ਸਾਹਿਬ ਜੀ, ਉਹ ਇਹ ਜਮਾ ਹੈਰਾਨਗੀ ਵਾਲੀ ਗੱਲ ਹੀ ਹੈ। ਮੈਨੂੰ ਲੱਗਦਾ ਇਹ ਤੋਂ ਬਾਅਦ ਤਾਂ ਕਿਸੇ ਦਾ ਜੀਅ ਨਹੀਂ ਕਰਨਾ। ਹੁਣ ਉਹ ਗੁਰਦੇਵ ਸਿੰਘ ਜੀ ਵਿਚਾਰੇ ਰੋ ਰਹੇ ਸੀ, ਉਹ ਕਹਿ ਰਹੇ ਸੀ ਮੇਰਾ ਬੇਟਾ ਕੀ ਕਹਿੰਦਾ ਹੋਊਗਾ ਵੀ ਡੈਡੀ ਜੀ ਤੁਸੀਂ ਕਿਹੜੇ ਕੰਮ 'ਚ ਪੈ ਗਏ। ਉਹ ਤੁਸੀਂ ਦੱਸਿਆ ਜਿਵੇਂ ਉਹਨਾਂ ਦੀਆਂ ਦਾੜੀਆਂ ਚੈੱਕ ਕੀਤੀਆਂ ਜਾਂਦੀਆਂ ਕਿ ਤੁਸੀਂ ਗਿੱਟਿਆਂ 'ਤੇ ਰੱਖ ਕੇ ਮੋਬਾਈਲ ਫਿਰ ਤੁਸੀਂ ਕੀਰਤਨ ਕਰਦੇ ਹੋ। ਔਰ ਮੈਨੂੰ ਨਹੀਂ ਲੱਗਦਾ ਵੀ, ਕਿਉਂਕਿ ਨੇੜੇ ਆਪਣੇ ਤਖਤ ਸ੍ਰੀ ਦਮਦਮਾ ਸਾਹਿਬ ਹੈ, ਮੈਂ ਇੱਥੇ ਵੀ ਹਾਜ਼ਰੀ ਭਰ ਕੇ ਆਇਆ। ਜਦੋਂ ਇੱਥੇ ਹਾਜ਼ਰੀ ਭਰਨੀ ਹੁੰਦੀ ਹੈ ਸਾਰੇ ਸ਼ਬਦ ਅਸੀਂ ਜ਼ੁਬਾਨੀ ਪੜ੍ਹਦੇ ਹਾਂ, ਅਤੇ ਉਹਨਾਂ ਦੀ ਤਾਂ ਬਹੁਤ ਵੱਡੀ ਟ੍ਰੇਨਿੰਗ ਹੋ ਜਾਂਦੀ, ਉਹਨਾਂ ਨੇ ਸਾਰੇ ਸ਼ਬਦ ਜ਼ੁਬਾਨੀ ਪੜ੍ਹਨੇ ਹੁੰਦੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਵੈਸੀ ਜਿਵੇਂ ਇੱਕ ਜਲੀਲ ਜਿਹਾ ਕੀਤਾ ਜਾ ਰਿਹਾ। ਔਰ ਵਾਹਿਗੁਰੂ ਕਰੇ
ਇਹ 'ਚੋਂ ਕੁਛ ਲੋਕ ਤਾਂ ਹੁੰਦੇ ਆ ਨਾ ਵਿੱਚੋਂ, ਇਹਦੇ ਵਿੱਚੋਂ ਇੱਕ ਆਨੰਦ ਜਿਹਾ ਲੈਂਦੇ ਆ ਵੀ ਦੇਖਦੇ ਆ ਵੀ ਕੀ ਬਣਦਾ ਹੈ। ਵੀ ਉਹਨੇ, ਕਿਉਂਕਿ ਅੱਜ ਗੱਲ ਹੀ ਸਾਡੇ ਇਹ ਚੱਲੀ ਜਾਂਦੀ ਹੈ ਵੀ ਫਲਾਣੇ ਬਾਬੇ ਨੇ ਫਲਾਣੇ ਨੂੰ ਠੋਕਮਾ ਜਵਾਬ ਦਿੱਤਾ, ਫਲਾਣੇ ਨੇ ਫਲਾਣੇ ਨੂੰ ਠੋਕਮਾ ਜਵਾਬ ਦਿੱਤਾ। ਰਹਿੰਦਾ ਖੁੰਦਾ ਮੈਂ ਸੋਥਾਂ ਕਿ ਮੰਗਦਾ। ਜ਼ਿਆਦਾਤਰ ਪੱਤਰਕਾਰ ਵੀ ਐਂ ਗੱਡੀਆਂ ਦਵਲਦੇ ਇੱਕ ਦਾ ਪੱਖ ਸੁਣ ਕੇ ਹੁਣ ਉਹ ਕੀ ਬੋਲਦਾ ਹੈ ਨਾ। ਤੇ ਇਹ ਜੋ ਇੱਕ ਸਵਾਦ ਨਾ ਲਿੱਤਾ ਜਾਵੇ ਰਾਗੀ ਸਿੰਘਾਂ ਦਾ ਤੇ ਹੈੱਡ ਗ੍ਰੰਥੀ ਦੇ ਮਸਲੇ 'ਚੋਂ ਸਵਾਦ ਨਾ ਲਿਆ ਜਾਵੇ, ਇਹਨੂੰ ਸਗੋਂ ਦੂਰ ਕੀਤਾ ਜਾਵੇ, ਨਹੀਂ ਤਾਂ ਸੰਗਤ ਵਾਸਤੇ ਇੱਕ ਬਹੁਤ ਬੁਰਾ ਮੈਸੇਜ ਆ ਰਿਹਾ ਜੀ। ਕੀਰਤਨ ਦੀ ਇੱਕ ਮਰਿਆਦਾ ਹੈ, ਜਿਵੇਂ ਕਿ ਕੋਈ ਆਮ ਆਪਾਂ ਪਿੰਡਾਂ ਵਾਲੇ ਦੇਖ ਲਓ ਜਾਂ ਸ਼ਹਿਰ ਵਾਲੇ ਦੇਖ ਲਓ ਕਿ ਕਿਤੇ ਕੀਰਤਨ ਚੱਲਦਾ ਹੋਵੇ, ਆਪਾਂ ਐਂ ਇਕਾਂਤਵਾਸ ਹੋ ਕੇ ਅੱਖਾਂ ਬੰਦ ਕਰਕੇ ਉਸ ਕੀਰਤਨ ਦਾ ਆਨੰਦ ਲੈਂਦੇ ਹਾਂ। ਖਾਸ ਕਰ ਜਦੋਂ ਦਰਬਾਰ ਸਾਹਿਬ ਤੋਂ ਕਿਤੇ ਕੀਰਤਨ ਚੱਲ ਰਿਹਾ ਹੋਵੇ, ਟੀਵੀ ਵਿੱਚ ਆ ਰਿਹਾ ਹੋਵੇ, ਜਾਂ ਕਿਤੇ ਉੱਥੇ ਜਾ ਕੇ ਪਰਿਕਰਮਾ 'ਚ ਬਹਿ ਕੇ ਸੁਣ ਰਹੇ ਹੋਈਏ, ਕਿਸੇ ਦੀ ਆਵਾਜ਼ ਆਉਣੀ ਅਸੀਂ ਪਸੰਦ ਨਹੀਂ ਕਰਦੇ, ਆਪ ਆਵਾਜ਼ ਕੀ ਕੱਢਣੀ ਹੈ। ਦੇਖੋ ਹੈੱਡ ਗ੍ਰੰਥੀ ਜਗਤਾਰ ਸਿੰਘ ਜੀ, ਉਹਨਾਂ ਨੇ ਰੋਕ ਕੇ ਕੀਰਤਨ ਨੂੰ ਕਿਹਾ ਤੁਸੀਂ ਆਹ ਸ਼ਬਦ ਨਹੀਂ ਪੜ੍ਹਨਾ, ਆਹ ਸ਼ਬਦ ਪੜ੍ਹਨਾ ਹੈ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਰਾਗ ਨੂੰ ਗਾਉਣ ਦਾ ਵੀ ਕੋਈ ਸਮਾਂ ਹੈ? ਹਾਂਜੀ, ਹੈ ਤਾਂ ਵੈਸੇ ਵੀ ਜਿਹੜੇ ਟਾਈਮ ਤੇ ਰਾਗੀ ਸਿੰਘ ਦੀ ਡਿਊਟੀ ਆਉਂਦੀ ਹੈ, ਉਸ ਟਾਈਮ ਦਾ ਜਿਹੜਾ ਰਾਗ ਹੈ, ਨਿਰਧਾਰਤ ਰਾਗ, ਉਸ ਟਾਈਮ ਤੇ ਉਹਨਾਂ ਨੇ ਸ਼ਬਦ ਜ਼ਰੂਰ ਪੜ੍ਹਨਾ ਹੁੰਦਾ ਇੱਕ ਰਾਗ 'ਚ। ਬਾਕੀ ਉਹ ਰੀਤਾਂ ਵੀ ਪੜ੍ਹ ਰਹੇ ਹੈ ਤੇ ਪਹਿਲਾਂ ਤੋਂ ਲੈ ਕੇ ਪਰੰਪਰਾ। ਚਲੋ ਹੁਣ ਦੀ ਗੱਲ ਕਰੀਏ, ਮੈਂ ਪੁਰਾਣੇ ਜਥਿਆਂ ਦੀਆਂ ਰਿਕਾਰਡਿੰਗਾਂ ਵੀ ਸੁਣੀਆਂ, ਉਹਦੇ ਵਿੱਚ ਵੀ ਇੱਕ ਸ਼ਬਦ ਉਹ ਰਾਗ ਦਾ ਪੜ੍ਹਦੇ ਹੈ, ਔਰ ਬਾਕੀ ਜਿਹੜੀਆਂ ਕੰਪੋਜੀਸ਼ਨਾਂ ਰੀਤਾਂ ਬਣਾਈਆਂ ਹੁੰਦੀਆਂ ਜਿਹੜੀਆਂ ਪ੍ਰਮਾਣਿਤ ਹੈ ਚੱਲ ਰਹੀਆਂ। ਤੇ ਇਹ ਗੱਲ ਜਿਹੜੀ ਮੈਂ ਵਿਚਾਲੋਂ ਕੀਰਤਨ ਰੋਕ ਕੇ, ਅੱਜ ਵੀ ਮੈਂ ਇੱਕ ਪੁਰਾਣੀ ਕੋਈ ਵੀਡੀਓ ਸੁਣ ਰਿਹਾ ਸੀ ਨੈੱਟ 'ਤੇ, ਉਹ 'ਚੋਂ ਗਿਆਨੀ ਜੀ ਰੋਕ ਰਹੇ ਹੈ ਕਿੰਨਾ ਚਿਰ। ਜਿਹੜਾ ਜਥਾ ਸੀ ਗੁਰਕੀਰਤ ਸਿੰਘ, ਭਾਈ ਗੁਰਕੀਰਤ ਸਿੰਘ ਜੀ, ਉਹ ਜਦੋਂ ਮੈਂ ਅਨੰਦਪੁਰ ਸਾਹਿਬ ਹੁੰਦਾ ਸੀ ਉਦੋਂ ਉੱਥੇ ਉਹਨਾਂ ਦੀ ਡਿਊਟੀ ਸੀ, ਤੇ ਉਹ ਕੀਰਤਨ ਕਰ ਰਹੇ ਸੀ। ਤੇ ਕਿੰਨਾ ਚਿਰ ਉਹਨਾਂ ਨੇ, ਉਹ ਵਿਚਾਰੇ ਇਕੱਲਾ ਹਾਰਮੋਨੀਅਮ ਵਜਾਏਂਗੇ, ਤਬਲੇ ਵਾਲਾ ਸਿੰਘ ਤਬਲਾ ਪਲੇ ਕਰਿੰਗਾ, ਮੇਰਾ ਖਿਆਲ 2 ਮਿੰਟ ਲੱਗੇ ਹੋਣੇ। ਫਿਰ ਉਹਨਾਂ ਨੂੰ ਕੋਈ ਨਵਾਂ ਸ਼ਬਦ ਪਤਾ ਨਹੀਂ ਤਾਂ ਉਹਨਾਂ ਨੇ ਆਖਿਆ, ਪਹਿਲਾਂ ਉਹਨਾਂ ਨੇ ਉਹ ਸ਼ਬਦ ਤਾਂ ਬੰਦ ਕਰਾਤਾ ਵੀ ਤੁਸੀਂ ਇਹ ਸ਼ਬਦ ਨਹੀਂ ਪੜ੍ਹਨਾ। ਫਿਰ ਕਿੰਨਾ ਚਿਰ ਉਹ ਇਕੱਲਾ ਹਾਰਮੋਨੀਅਮ ਵਜਾਏਂਗੇ, ਤਬਲਾ ਹੀ ਵਜਾਏਂਗੇ ਇਕੱਲਾ, ਫਿਰ ਉਹਨਾਂ ਨੇ ਨਵਾਂ ਸ਼ਬਦ ਸ਼ੁਰੂ ਕੀਤਾ। ਇਹ ਗਲਤ ਗੱਲ ਲੱਗਦੀ ਹੈ ਮੈਨੂੰ। ਇਹ ਆਪਦੇ ਦਿਲ 'ਚ ਗੱਲ ਜ਼ਰੂਰ ਆਉਂਦੀ ਹੈ ਵੀ ਇੰਨੇ ਵਾਰੀ ਟੋਕਣ ਦੀ ਬਜਾਏ ਰਾਗੀ ਸਿੰਘ ਕਿਹੜਾ ਕੋਈ ਵੱਖਰੇ ਨੇ, ਹੈੱਡ ਗ੍ਰੰਥੀ ਕਿਹੜਾ ਕੋਈ ਮੰਨ ਲਓ ਕੋਈ ਉੱਪਰ ਹੈ, ਆਪਣੀ ਕੌਮ ਦਾ ਹਿੱਸਾ ਹੈ, ਸਤਿਕਾਰਯੋਗ ਹਸਤੀ ਹੈ। ਰਾਗੀ ਸਿੰਘ ਵੀ ਆਪਣੇ ਨੇ, ਹੈੱਡ ਗ੍ਰੰਥੀ ਵੀ ਆਪਣੇ, ਤੇ ਫਿਰ ਇਕੱਠੇ ਬੈਠ ਕੇ ਕਦੇ ਮੀਟਿੰਗ ਕਰ ਲਿਆ ਕਰਨ, ਮਹੀਨੇ ਤੋਂ 2 ਮਹੀਨਿਆਂ ਤੋਂ, ਜਦੋਂ ਕਿਤੇ ਐਡਾ ਵੱਡਾ ਮਸਲਾ ਉੱਥੇ। ਨਾਲੇ ਇਹ ਤਾਂ ਆਪਣੇ ਧਰਮ 'ਚ ਹੈ ਹੀ ਨਹੀਂ ਵੀ ਮੈਂ ਕਹਿੰਦਾ ਜੇ ਕਿਸੇ ਨੂੰ ਟੋਕਣਾ ਹੈ ਨਾ ਭਾਈ ਸਾਹਿਬ ਜੀ, ਇੰਨੇ ਲੋਕਾਂ ਦੇ ਸਾਹਮਣੇ ਟੋਕ ਦਿਓ ਇੱਕ ਬੱਚੇ ਨੂੰ, ਉਹ ਵੀ ਆਪਣੇ ਨਾਲ ਗੁੱਸਾ ਕਰਦਾ ਹੈ। ਆਪਣਾ ਤਾਂ ਧਰਮ ਇਹ ਸਿਖਾਉਂਦਾ ਵੀ ਜੇ ਤਾਂ ਕਿਸੇ ਦੀ ਸਿਫਤ ਕਰਨੀ ਹੈ ਤਾਂ 4 ਬੰਦਿਆਂ 'ਚ ਬੇਸ਼ੱਕ ਕਰਦੀ, ਪਰ ਜੇ ਕਿਸੇ 'ਚ ਕੋਈ ਨੁਕਸ ਕੱਢਣੇ ਆ ਉਹਨੂੰ ਇਕੱਲੇ ਆਪਦੇ ਕਲਾਵੇ 'ਚ ਲੈ ਕੇ ਪਿਆਰ ਨਾਲ ਸਮਝਾ ਦੀ। ਸਾਡੇ ਧਰਮ ਦਾ ਤਾਂ ਇਹ ਸਿਧਾਂਤ ਰਿਹਾ, ਜੇ ਕੋਈ ਗਲਤੀ ਵੀ ਕਰ ਲੈਂਦਾ ਸੀ ਨਾ, ਗਲਤੀ, ਤੇ ਆਪਾਂ ਆਮ ਤਾਂ ਇਹ ਗੱਲ ਚੱਲਦੀ ਵੀ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲੂ। ਤੇ ਮੈਂ ਆਪਣੇ ਧਰਮ 'ਚ ਪੜ੍ਹ ਕੇ ਹੈਰਾਨ ਹੁੰਨਾ, ਇੱਥੇ ਆਖਿਆ ਜਾਂਦਾ ਵੀ ਜਿਹੜਾ ਗਲਤੀ ਕਰਦਾ ਉਹਨੂੰ ਤਨਖਾਹ ਲਾਈ ਜਾਊ। ਤੇ ਮੈਂ ਹੈਰਾਨ ਹੁੰਦਾ ਪੜ੍ਹ ਕੇ ਵੀ ਗਲਤੀ ਕਰਨ ਵਾਲੇ ਨੂੰ ਤਾਂ ਸਜ਼ਾ ਦਿੱਤੀ ਜਾਂਦੀ ਹੈ, ਤਨਖਾਹ ਕਿਵੇਂ ਲਾਈ ਜਾਂਦੀ ਹੈ। ਮੈਂ ਸੋਚਦਾ, ਮੈਂ ਕਿਹਾ ਯਾਰ ਜਿਹੜਾ ਗਲਤੀ ਕਰਦਾ ਵੀ ਉਹਨੂੰ 5000 ਤਨਖਾਹ ਬੰਨ ਦਿਓ। ਫਿਰ ਮੇਰੇ ਦਿਲ 'ਚ ਆਇਆ, ਮੈਂ ਕਿਹਾ ਸਾਡੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜਾ ਸਾਨੂੰ ਇਹ ਸਿੱਖਿਆ ਦਿੱਤੀ, ਸਿਧਾਂਤ ਦਿੱਤਾ, ਇਹਦਾ ਇਹ ਮਤਲਬ ਸੀ ਵੀ ਤਨਖਾਹ ਲਾਉਣੀ ਵੀ ਅਸੀਂ ਤੁਹਾਨੂੰ ਤੋੜਨਾ ਨਹੀਂ ਚਾਹੁੰਦੇ, ਇਕੱਲਾ ਸਮਝਾਉਣਾ ਚਾਹੁੰਦੇ ਹਾਂ। ਸਜ਼ਾ ਲਾ ਕੇ ਤਾਂ ਉਹ ਤੋੜਨਾ ਹੁੰਦਾ ਅਗਲੇ ਨੂੰ। ਉਹਨਾਂ ਨੇ ਸਜ਼ਾ ਸ਼ਬਦ ਹੀ ਕੱਟਤਾ, ਸਜ਼ਾ ਨੂੰ ਤਨਖਾਹ ਵਿੱਚ ਬਦਲਤਾ ਸੀਗਾ ਵੀ ਕੋਈ ਸਾਡੀ ਵਜ੍ਹਾ ਕਰਕੇ ਟੁੱਟੇ ਨਾ, ਉਹਨੂੰ ਜੁੜਨ ਦੇ ਮੌਕੇ ਨਹੀਂ ਦਿੱਤੇ ਗਏ। ਇਕੱਠੇ ਬੈਠ ਕੇ ਅੱਜ ਜਿਹੜਾ ਕੁਛ ਰੋਜ਼ ਮੁਜ਼ਾਹਰਿਆਂ ਤੱਕ ਗੱਲ ਹੋਈ ਪਈ ਹੈ ਨਾ, ਮੀਟਿੰਗਾਂ ਹੋਈ ਜਾਂਦੀਆਂ, ਰੋਜ਼ ਨੈੱਟ 'ਤੇ ਰਾਗੀ ਸਿੰਘ ਆਪਦੇ ਦੁੱਖੜੇ ਰੋ ਰਹੇ ਹੈ। ਇਹਦੀ ਬਜਾਏ ਵਧੀਆ ਗੱਲ ਇਹ ਸੀ ਇਕੱਠੇ ਬੈਠ ਕੇ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਸੀ। ਅੱਜ ਜੋ ਅਸੀਂ ਸਮਾਂ ਦੇਖਦੇ ਹਾਂ ਉਹ ਸਮਾਂ ਹੈ ਕਲਯੁਗ ਦਾ। ਗੁਰਬਾਣੀ ਵਿੱਚ ਪਾਤਸ਼ਾਹ ਦਾ ਪਾਵਨ ਸ਼ਬਦ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਪਰ ਕਈ ਅਣਭੋਲ ਲੋਕ ਆਪਾਂ ਵੇਖਦੇ ਹਾਂ ਕੀਰਤਨ ਨੂੰ ਛੱਡ ਕੇ ਸਰੀਰਾਂ ਦੇ ਪਿੱਛੇ ਦੌੜਦੇ ਨੇ। ਇਸ ਗੱਲ ਨੂੰ ਕਿਵੇਂ ਕਹੋਗੇ? ਇਹ ਜੀ ਕਈ ਵਾਰੀ ਇਹ ਹੁੰਦਾ ਵੀ ਕੀਰਤਨੀਏ ਦੇ ਕੀਰਤਨ ਕਰਨ ਵਾਲੇ ਤੇ ਪ੍ਰਚਾਰਕ 'ਤੇ ਵੀ ਬੜੀ ਗੱਲ ਖੜੀ ਹੁੰਦੀ ਹੈ ਵੀ ਕੀਰਤਨ ਕਰਨ ਦਾ, ਪ੍ਰਚਾਰ ਕਰਨ ਦਾ ਮਤਲਬ ਇਹ ਹੁੰਦਾ ਉਹਨੇ ਗੁਰੂ ਦਾ ਸ਼ਬਦ, ਗੁਰੂ ਦਾ ਸਿਧਾਂਤ ਦ੍ਰਿੜ ਕਰਵਾਉਣਾ ਹੁੰਦਾ ਹੈ। ਉਹਨੇ ਪ੍ਰਚਾਰ ਗੁਰੂ ਦਾ ਕਰਨਾ ਹੁੰਦਾ ਤੇ ਗੁਰੂ ਨਾਲ ਹੀ ਸੰਗਤ ਨੂੰ ਜੋੜਨਾ ਹੁੰਦਾ ਹੈ। ਕਈ ਥਾਈਂ ਪ੍ਰਚਾਰ ਦੀ ਆੜ ਲੈ ਕੇ ਜੋੜਿਆ ਵੀ ਆਪਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ। ਕਿਸੇ ਨਾ ਕਿਸੇ ਰੂਪ 'ਚ ਐਂ ਲੱਗਦਾ ਹੁੰਦਾ ਵੀ ਇਹ ਗੁਰੂ ਦੀ ਤਾਂ ਇਕੱਲੀ ਗੋਦ 'ਚ ਬੈਠੇ ਨੇ ਤੇ ਪ੍ਰਚਾਰ ਜਿਵੇਂ ਆਪਦੇ ਹੀ ਕਰ ਰਹੇ ਹੁੰਦੇ ਨੇ। ਕਈ ਥਾਈਂ ਇਹ ਲੱਗਦਾ, ਉੱਥੇ ਇਹਦਾ ਮਤਲਬ ਸਿੱਧੇ ਰੂਪ 'ਚ ਇੱਕ ਇਸ਼ਾਰਾ ਜਾਂ ਮਿਲ ਜਾਂਦਾ ਹੁੰਦਾ ਆਪਾਂ ਨੂੰ ਵੀ ਇਹ ਆਪਣੇ ਨਾਲ ਜੋੜਨਾ ਚਾਹੁੰਦੇ ਹੈ ਜਾਂ ਗੁਰੂ ਨਾਲ ਜੋੜਨਾ ਚਾਹੁੰਦੇ ਹੈ। ਅਤੇ ਉੱਥੇ ਕੁਝ ਸਾਡੇ ਭੁੱਲੜ ਵੀਰ, ਕੁਝ ਭੁੱਲੜ ਸਾਡੀਆਂ ਭੈਣਾਂ ਇਸ ਸਮਾਜ ਦੇ ਵਿੱਚੋਂ ਕਿਤੇ ਨਾ ਕਿਤੇ ਉਹ ਝਾਂਸੇ ਵਿੱਚ ਆ ਜਾਂਦੇ ਆ। ਉਹਨਾਂ ਨੂੰ ਉਹ ਇੰਨਾ ਕੁ ਭੁਲੇਖਾ ਖਾ ਜਾਂਦੇ ਵੀ ਅਸੀਂ ਜੁੜਨਾ ਤਾਂ ਗੁਰੂ ਨਾਲ ਸੀਗਾ
ਕੀਰਤਨ ਸੁਣ ਕੇ, ਕਥਾ ਸੁਣ ਕੇ, ਕਿਸੇ ਸਰੀਰ ਨਾਲ ਨਹੀਂ ਜੁੜਨਾ ਸੀ। ਕਿਉਂਕਿ ਸਰੀਰ ਅੱਜ ਹੈ, ਕੱਲ੍ਹ ਨਹੀਂ ਹੈ। ਸਰੀਰਾਂ ਨੂੰ 35 ਅਸੀਂ ਬਿਮਾਰੀਆਂ ਚੱਕੀ ਫਿਰਦੇ ਹਾਂ। ਨਾਲੇ ਹੁਣ ਵਾਲੇ ਬੰਦੇ ਨੂੰ ਤਾਂ ਡਾਕਟਰ ਐਂ ਕਹਿ ਕੇ ਜੇ ਮਨ ਸਮਝਾਉਂਦੇ ਆ ਵੀ ਇਹਨੂੰ ਕਰੋਨਾ ਹੋ ਗਿਆ, ਆਹ ਕਹੇ ਜਿਹਾ ਦੌਰ ਚੱਲੀ ਜਾਂਦਾ ਨਾ। ਅਤੇ ਬਸ ਸਰੀਰ ਦੀ ਤਾਂ ਕੋਈ ਵੱਡੀ ਇਮੇਜ ਨਹੀਂ, ਕਿਉਂਕਿ ਇਹ ਤਾਂ ਕਹਾਂ ਵੀ ਸਾਸਾ ਇਸ ਭਾਂਡੇ ਕਾ ਇਤਨਾ ਕੁ ਲੱਗਾ ਠਣਕਾ, ਮਾੜਾ ਜਿਹਾ ਮੌਤ ਦਾ ਠਣਕਾ ਲੱਗਿਆ ਤੇ ਇਸ ਭਾਂਡੇ ਨੇ ਖਿਲਰ ਜਾਣਾ। ਬਾਕੀ ਸਰੀਰ ਦਾ ਭਾਂਡਾ ਤਾਂ ਕਹੇ ਜਾ, ਮਹਾਰਾਜ ਕਹਿੰਦੇ ਜਾਂ ਭੱਜੈ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਸਿਉਨੇ ਦਾ ਕਿਤੇ ਗਹਿਣਾ ਟੁੱਟ ਜੇ ਉਹ ਸਿੱਟਦੇ ਨਹੀਂ ਆਪਾਂ, ਲੋਹੇ ਦੀ ਕਿਤੇ ਕੋਈ ਬਾਲਟੀ ਬੱਠਲ ਟੁੱਟ ਜੇ ਉਹ ਵੀ ਨਹੀਂ ਸਿੱਟਦੇ, ਪਿੱਤਲ ਦਾ ਕੋਈ ਬਰਤਨ ਟੁੱਟ ਜੇ ਉਹ ਵੀ ਨਹੀਂ ਸਿੱਟਦੇ, ਕਿਉਂਕਿ ਉਹ ਦੁਬਾਰਾ ਕੰਮ ਆ ਜਾਂਦੇ ਆ। ਮਹਾਰਾਜ ਕਹਿੰਦੇ ਆਹ ਸਰੀਰ ਜਦੋਂ ਇਹ ਤਾਂ ਬਸ ਠੀਕਰ ਹੈ, ਉਸ ਤੋਂ ਬਾਅਦ ਤਾਂ ਬੇਸ਼ੱਕ ਸਾਇੰਸ ਕੁਝ ਤਰੱਕੀ ਕਰ ਗਈ, ਕੁਝ ਪਾਰਟਸ ਕੰਮ ਆ ਜਾਂਦੇ, ਉਹ ਵੀ ਜੇ ਕਿਤੇ ਸਮੇਂ ਸਿਰ ਕਿਤੇ ਉਹਨਾਂ ਦੀ ਕੋਈ ਸੰਭਾਲ ਕੀਤੀ ਜਾ ਸਕੇ, ਨਹੀਂ ਤਾਂ ਫਿਰ ਠੀਕਰ ਹੈ ਉਸ ਤੋਂ। ਤਾਂ ਨਾਨਕ ਢੇਰੀ ਸ਼ਾਰ ਕੀ ਪੇਪਰ ਹੋਈ ਸ਼ਾਰ। ਇਸੇ ਕਰਕੇ ਸਾਨੂੰ ਪ੍ਰਚਾਰਕਾਂ ਦਾ ਵੀ ਇਹੀ ਫਰਜ਼ ਬਣਦਾ ਹੈ ਵੀ ਉਹ ਗੁਰੂ ਦੀ ਗੱਲ ਕਰਨ ਅਤੇ ਗੁਰੂ ਨਾਲ ਹੀ ਸੰਗਤਾਂ ਨੂੰ ਜੋੜਨ। ਆਪਦੀ ਕੋਈ ਸ਼ਖਸੀ ਜਿਹੜੀ ਹੈ, ਆਪਦੀ ਸ਼ਖਸੀਅਤ ਨੂੰ ਵਿੱਚੋਂ ਨਾ ਹੀ ਇੰਨਾ ਲੈ ਕੇ ਆਉਣ, ਮੇਰਾ ਖਿਆਲ ਹੈ ਨਾ। ਇਹ ਤਾਂ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਇਹ ਸਿਧਾਂਤ 'ਤੇ ਚੱਲਣਾ ਚਾਹੀਦਾ। ਜਿਵੇਂ ਕਿ ਇੱਕ ਚੀਜ਼ ਆਪਾਂ ਹੋਰ ਵੇਖਦੇ ਹਾਂ, ਤੁਸੀਂ ਵੀ ਕਾਫੀ ਲੰਮੇ ਸਮੇਂ ਤੋਂ ਕੀਰਤਨ ਕਰਦੇ ਆ ਰਹੇ ਹੋ, ਬੜੀ ਰਸ ਭਿੰਨੀ ਤੁਹਾਡੀ ਆਵਾਜ਼ ਹੈ। ਪਰ ਮੈਂ ਇੱਕ ਚੀਜ਼ ਵੇਖਦਾ, ਜੇ ਤੁਹਾਡੇ ਕੋਲ 2-4 ਚਿਮਟੇ ਹੁੰਦੇ, ਚਿਮਟਿਆਂ ਵਾਲੇ ਸਿੰਘ ਹੁੰਦੇ, 2-3 ਢੋਲਕੀਆਂ ਵਾਲੇ ਹੁੰਦੇ, ਤਬਲਾ ਵਾਦਕ ਹੁੰਦੇ, ਫਿਰ ਜਿਹੜੀ ਤੁਹਾਡੀ ਚੜ੍ਹਤ ਸੀ ਉਹ ਕੁਝ ਹੋਰ ਹੋਣੀ ਸੀ। ਅਤੇ ਅੱਜ ਜਿਹੜੀ ਕੀਰਤਨ ਰੱਬੀ ਬਾਣੀ ਕੀਰਤਨ ਨਾਲ ਜੁੜ ਕੇ, ਕੀਰਤਨ ਨਾਲ ਜੁੜ ਕੇ ਇਹ ਜੋ ਸਮਾਂ ਹੈ, ਜਾਂ ਆਪਾਂ ਕਹਿ ਲਈਏ ਵੀ ਇਸ ਹਾਲਾਤਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਵੀ ਉਹ ਇੱਕ ਲਿਬਾਸ ਪਾ ਕੇ ਕੋਈ ਵੱਡਾ ਕੀਰਤਨੀਆ ਬਣ ਜਾਂਦਾ ਹੈ, ਜਾਂ ਕੋਈ ਆਮ ਨੋਰਮਲ ਆਪਾਂ ਕਹਿ ਦਈਏ ਕੁੜਤਾ ਪਜਾਮਾ ਪਾ ਕੇ ਕੋਈ ਛੋਟਾ ਕੀਰਤਨੀਆ ਹੋ ਜਾਂਦਾ, ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਨਹੀਂ ਜੀ, ਵੈਸੇ ਸਮਾਜ ਹੈ, ਇਹਨੇ ਦੇਖਣਾ ਹੁੰਦਾ ਵੀ ਬੰਦੇ ਨੂੰ ਕਿਹੋ ਜਿਹੇ ਨਜ਼ਰੀਏ ਨਾਲ ਦੇਖ ਰਹੇ ਹੈ। ਮਹਾਰਾਜ ਦੀ ਨਿਗਾਹ 'ਚ ਤਾਂ ਮੰਨ ਲਓ ਭਲੋਰੇ ਕੀਰਤਨੀਆਂ। ਦੇਖੋ, ਮੈਂ ਚਿਮਟਿਆਂ ਦੀ ਨਿੰਦਿਆ ਨਹੀਂ ਕਰਦਾ, ਨਾ ਢੋਲਕੀ ਵਾਲਿਆਂ ਦੀ। ਮੰਨ ਲਓ ਜਿਹੜੇ ਮੁੰਡੇ ਬਾਬੇ ਸਾਡੇ ਕੋਈ ਮਹਾਂਪੁਰਖ ਢੋਲਕੀ ਨਾਲ, ਚਿਮਟਿਆਂ ਨਾਲ ਕੀਰਤਨ ਕਰਦੇ ਆ। ਪਰ ਕੁਝ ਸਮਾਂ ਪਹਿਲਾਂ, ਜਿਵੇਂ ਮੈਂ 2003 ਤੋਂ ਕੀਰਤਨ ਦੀ ਸ਼ੁਰੂਆਤ ਕੀਤੀ, ਉਦੋਂ ਕਿਤੇ ਨਾ ਕਿਤੇ ਦੌਰ ਜਿਹਾ ਸੀ। ਅਸੀਂ ਜਦੋਂ ਐ ਕੀਰਤਨ ਕਰਨ ਜਾਂਦੇ ਅਤੇ ਫਿਰ ਗੱਲ ਚੱਲਦੀ ਵੀ ਯਾਰ ਵੀ ਉਹ ਬਾਬਾ ਜੀ ਬੜੇ ਨੇ, ਅਤੇ ਮੈਂ ਕਹਿੰਦਾ ਹੁੰਦਾ ਸੁਣਿਆ ਤੁਸੀਂ ਉਹਨਾਂ ਨੂੰ? ਅੱਗੇ ਸੁਣਿਆ ਤਾਂ ਨਹੀਂ ਜੀ, ਉਹਨਾਂ ਨਾਲ ਫਿਰ ਚਿਮਟੇ ਇੰਨੇ ਅਤੇ ਕਾਫੀ ਨਾਲ ਐਂ ਹੁੰਦਾ। ਅਤੇ ਉਦੋਂ ਕਿਤੇ ਐਂ ਜੇ ਵੀ ਹੁੰਦਾ ਵੀ ਹੈਂ ਜੇ ਹੋਈਏ ਤਾਂ ਵਧੀਆ ਸੀ ਗੱਲ, ਹੈ ਨਾ। ਪਰ ਹੌਲੀ ਹੌਲੀ ਸਮਾਂ ਚੇਂਜ ਹੋਇਆ, ਅਤੇ ਮੈਂ ਉਹ ਜਿਹੜੇ ਧਾਰਨਾ ਨਾਲ ਸਾਡੇ ਵੀਰ ਕੀਰਤਨ ਕਰਦੇ ਏਰੀਏ 'ਚ, ਆਪਣੇ 'ਚ ਸਾਰੇ ਆਪਣੇ ਮਿੱਤਰ ਪਿਆਰੇ ਹੈ, ਅਤੇ ਉਹਨਾਂ ਨੂੰ ਵੀ ਮੈਂ ਹੁਣ ਦੇਖਦਾ, ਉਹ ਵੀ ਮੰਨ ਲਓ ਜੇ ਧਾਰਨਾ ਗੁਰਬਾਣੀ ਦੀਆਂ ਆਪਣੇ ਸਿੱਧੀਆਂ ਧਾਰਨਾ ਪੜ੍ਹਦੇ ਨੇ, ਤਾਂ ਨਾਲ ਹੁਣ ਕਿੰਨੇ ਸ਼ਬਦ ਚਿਮਟੇ 'ਤੇ, ਢੋਲਕੀ 'ਤੇ, ਬਾਜੇ 'ਤੇ ਬਹੁਤ ਸੋਹਣੇ ਪੜ੍ਹ ਰਹੇ ਆ। ਹੋਰ ਤਾਂ ਗੱਲ ਛੱਡੋ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਥੋੜ੍ਹੀਆਂ ਧਾਰਨਾ ਪੜ੍ਹਦੇ ਸੀ, ਧਾਰਨਾ ਕਰਕੇ ਇੰਨੇ ਕੁ ਮਸ਼ਹੂਰ ਹੋਏ ਸੀ। ਕਮਾਲ ਦੀ ਗੱਲ, ਇਹੋ ਜਿਹੀਆਂ ਧਾਰਨਾ ਪੜ੍ਹਦੇ ਉਹ ਐਂ ਲੱਗਦਾ ਵੀ ਯਾਰ ਵੀ ਸੁਣੀ ਚੱਲ ਗਏ, ਤਾਂ ਹੁਣ ਕਿਵੇਂ ਉਹ ਸ਼ਬਦਾਂ 'ਤੇ ਆ ਗਏ। ਹੋਰ ਗੱਲ ਛੱਡੋ, ਸਾਡੇ ਵੱਡੇ ਪ੍ਰਚਾਰਕ ਢੋਲਕੀਆਂ ਚਿਮਟਿਆਂ ਵਾਲੇ ਤਾਂ, ਜਾਂ ਪੰਥਪ੍ਰੀਤ ਕਿੰਨੀਆਂ ਧਾਰਨਾ ਪੜ੍ਹਦਾ ਸੀ, ਭਾਈ ਪੰਥਪ੍ਰੀਤ ਸਿੰਘ ਜੀ, ਉਹ ਕਿੰਨੀਆਂ ਧਾਰਨਾ ਹੀ ਪੜ੍ਹਦੇ ਸੀ। ਹੁਣ ਤੁਸੀਂ ਇੱਕ ਵੀ ਧਾਰਨਾ ਉਹਨੂੰ ਪੜ੍ਹਦੇ ਸੁਣਾ ਦਿਓ, ਸ਼ਬਦਾਂ ਵਾਲੇ ਪਾਸੇ ਆ ਰਿਹਾ। ਮੈਂ ਪਹਿਲਾਂ ਜ਼ਰੂਰ ਐਂ ਲੱਗਦਾ ਵੀ ਗੱਡੀ ਵੀ ਛੇਤੀ ਆ ਜਾਂਦੀ ਸੀ ਵੱਡੀ ਉਵੇਂ, ਹੈ ਨਾ, ਅਤੇ ਉਦੋਂ ਛੋਟੀਆਂ ਮੋਟੀਆਂ ਜੀ ਗੱਡੀਆਂ, ਅਤੇ ਇੱਦਾਂ ਹੀ ਚਲੋ ਹੁਣ ਵੀ ਕੋਈ ਸਾਡੇ ਕੋਲ ਬਹੁਤੀ ਵੱਡੀ ਗੱਡੀ ਨਹੀਂ। ਪਰ ਮੈਂ ਇਹ ਸੋਚਦਾ ਵੀ ਹੁਣ ਜਿਹੜੇ ਮੁੰਡੇ ਧਾਰਨਾ ਨਾਲ ਕੀਰਤਨ ਕਰਦੇ ਸੀਗੇ, ਸਾਡੇ ਆਪਣੇ ਕੀਰਤਨੀਏ ਵੀਰ, ਉਹ ਵੀ ਹੁਣ ਇਸ ਪਾਸੇ ਮੰਨ ਲਓ ਬੇਸ਼ੱਕ ਉਹਨਾਂ ਨਾਲ ਚਿਮਟੇ ਹੀ ਵਜਾ ਰਹੇ ਹੁੰਦੇ ਆ ਮੁੰਡੇ, ਦੂਜੇ ਸਜਿੰਦੇ ਉਹਨਾਂ ਦੇ, ਜਾਂ ਢੋਲਕੀ ਵੱਜ ਰਹੀ ਹੁੰਦੀ ਹੈ, ਪਰ ਸ਼ਬਦ ਬਹੁਤ ਪੜ੍ਹੇ ਜਾ ਰਹੇ ਆ। ਹੁਣ ਇਸ ਪਾਸੇ ਮੁੜੀ ਹੈ ਸੰਗਤ। ਅਤੇ ਕਈ ਥਾਵਾਂ 'ਤੇ ਇਹ ਵੀ ਗੱਲ ਚੱਲਦੀ ਹੈ ਵੀ ਜਿਵੇਂ ਵੀ ਜੀ ਸ਼ਬਦ ਕੀਰਤਨ ਹੀ ਵੱਧ ਕੀਤਾ ਜਾਵੇ, ਵੀ ਤੁਸੀਂ ਸ਼ਬਦ ਵੱਧ ਪੜ੍ਹੋ, ਇਹ ਵੀ ਗੱਲ ਚੱਲਦੀ। ਜਿਵੇਂ ਕਿ ਤੁਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਗੱਲ ਕੀਤੀ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਪ੍ਰਚਾਰ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਤੁਸੀਂ ਗੱਲ ਕੀਤੀ ਵੀ ਉਹ ਹੁਣ ਸ਼ਬਦ ਕੀਰਤਨ ਕਰ ਰਹੇ ਨੇ। ਕੀਰਤਨ ਜਿਹੜਾ ਹੈ ਉਹ ਗੁਰਬਾਣੀ ਦਾ, ਪਹਿਲਾਂ ਕੱਚੀਆਂ ਧਾਰਨਾ ਪੜ੍ਹਦੇ ਰਹੇ, ਹੁਣ ਉਹ ਗੁਰਬਾਣੀ ਦਾ ਕੀਰਤਨ ਕਰਦੇ ਰਹੇ। ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਹੁਣ ਫਿਰ ਜਿਵੇਂ ਕੀਰਤਨ ਉਹ ਗੁਰਬਾਣੀ ਦਾ ਕਰਨ ਲੱਗੇ, ਕਿ ਸੰਗਤਾਂ ਨੂੰ ਸੁਣਨਾ ਚਾਹੀਦਾ ਹੈ? ਅਕਾਲ ਤਖਤ ਸਾਹਿਬ ਵੱਲੋਂ ਤੇ ਪਾਬੰਦੀ ਲੱਗ ਗਈ ਹੈ। ਹਾਂਜੀ, ਕਿਤੇ ਨਾ ਕਿਤੇ ਮੰਨ ਲਓ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਵੀ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਜਾਂ ਨਹੀਂ। ਅਤੇ ਗੱਲ ਇਹ ਵੀ ਹੈ ਵੀ ਸਾਇੰਟੀਫਿਕ ਤਰੀਕੇ ਨਾਲ ਉਹ ਗੱਲਬਾਤ ਕਰ ਰਹੇ ਨੇ, ਵੀ ਸਮਝਾ ਵੀ ਵਧੀਆ ਰਹੇ ਨੇ। ਦੂਜੇ ਪਾਸੇ ਜੇ ਮੈਂ ਇਹ ਦੇਖਾਂ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਇਹ ਵੀ ਬੜੇ ਪੜ੍ਹੇ ਲਿਖੇ ਨੇ, PhD ਨੇ। ਅਤੇ ਮੈਂ ਇੱਕ ਗੱਲ ਸੁਣ ਕੇ ਹੈਰਾਨ ਹੁੰਦਾ, ਮੈਂ ਪਿਛਲੀ ਕਹਿ ਕੇ ਹਟਿਆ ਵੀ ਅੰਗਰੇਜ਼ਾਂ ਨੇ ਨੈੱਟ ਤੋਂ ਹੋਰ ਬੜੇ ਵਧੀਆ ਕੰਮ ਲਏ, ਹੋਰਾਂ ਕੌਮਾਂ ਨੇ ਨੈੱਟ ਤੋਂ ਹੋਰ ਵਧੀਆ ਕੰਮ ਲਿਆ। ਅਸੀਂ ਸਿੱਖਾਂ ਨੇ ਨੈੱਟ ਤੋਂ ਜ਼ਿਆਦਾਤਰ ਕੰਮ ਮਿਹਣਿਆਂ ਵਾਲਾ, ਹੈ ਨਾ, ਤਾਨਿਆਂ ਵਾਲਾ, ਲੜਨ ਵਾਲਾ ਹੀ ਕੰਮ ਲਿਆ। ਅਤੇ ਜੇ ਇਕੱਠੇ ਹੋ ਕੇ ਉਹੀ ਇਸ ਮਸਲੇ ਦਾ ਹੱਲ ਕਰ ਲੈਣ, ਉਹ ਕਹਿ ਦਿੰਦੇ ਆ ਮੈਂ ਅਕਾਲ ਤਖਤ 'ਤੇ ਆਉਂਦਾ ਨਹੀਂ, ਉਹ ਕਹਿ ਦਿੰਦੇ ਅਸੀਂ ਵੀ ਮੰਨ ਲਓ ਇਹਨਾਂ ਨੂੰ ਤੁਸੀਂ ਸੁਣਨਾ ਨਹੀਂ, ਇਹੋ ਜਿਹਾ ਕੁਛ ਚੱਲੀ ਜਾਂਦਾ, ਹੈ ਨਾ। ਇੱਕ ਵਾਰੀ ਨਾ ਮੈਂ ਕਿਸੇ ਦਾ ਰਾਜੀ ਬੰਦਾ ਕਰਾਉਣ ਚਲਿਆ ਗਿਆ ਜੀ।
ਉਹਦੇ ਵਿੱਚ ਗੱਲ ਇਹ ਸੀ, ਇੱਕ ਦਾ ਅਸੀਂ ਪੱਖ ਸੁਣਿਆ, ਉਹ ਕਹੀ ਜਾਵੇ ਮੇਰੇ 'ਚ ਤਾਂ ਕੋਈ ਗਲਤੀ ਨਹੀਂ, ਮੈਂ ਸੱਚਾ। ਦੂਜਾ ਕਹੀ ਜਾਵੇ ਮੇਰੇ 'ਚ ਕੋਈ ਗਲਤੀ ਨਹੀਂ, ਮੈਂ ਸੱਚਾ। ਤੇ ਇਦਾਂ ਦੂਰ ਹੁੰਦੇ ਉਹ ਕਾਫੀ ਦੂਰ ਹੀ ਹੋਏ ਪਏ ਸੀ ਪਰਿਵਾਰ। ਉਹਨਾਂ 'ਚ ਨਾ ਇੱਕ ਸਾਡੇ ਨਾਲ ਕੋਈ ਬਜ਼ੁਰਗ ਸੱਜਣ ਗਿਆ ਸੀ, ਉਹ ਕਹਿੰਦਾ ਵੀ ਇਹਨਾਂ ਦੋਹਾਂ ਧਿਰਾਂ 'ਚੋਂ ਤੁਸੀਂ ਯਾਰ ਇੱਕ ਨੂੰ ਐਂ ਕਹਿ ਦਿਓ ਵੀ ਯਾਰ ਸਾਡੀ ਬਾਣੀ, ਸਾਡਾ ਗੁਰੂ ਦਾ ਇਤਿਹਾਸ ਐਂ ਕਹਿੰਦਾ ਵੀ ਕੋਈ ਜ਼ਰੂਰੀ ਨਹੀਂ ਵੀ ਸਾਰੀਆਂ ਗਲਤੀਆਂ ਉਹਦੇ 'ਚ ਹੁਣ ਮੇਰੇ 'ਚ ਵੀ ਤਾਂ ਕੁਝ ਹੋਣਗੀਆਂ। ਕਦੇ ਨਾ ਕਦੇ ਤਾਂ ਐਂ ਕਹਿ ਦਿਆ ਕਰੋ ਰਾਖ ਲਿਓ ਹਮ ਤੇ ਬਿਗੜੀ, ਹਾਂ ਵੀ ਮੈਥੋਂ ਵੀ ਕਿਤੇ ਨਾ ਕਿਤੇ ਵਿਗਾੜ ਪੈ ਗਿਆ ਹੋਣਾ। ਮੈਨੂੰ ਲੱਗਦਾ ਫੇਰ ਇਹ ਦੋਨੇ ਤਰ੍ਹਾਂ ਨੇੜੇ ਹੋ ਸਕਦੀਆਂ ਜੇ ਕਿਤੇ ਐਂ ਮੰਨ ਲੈਣ ਵੀ ਰਾਖ ਲਿਓ ਹਮ ਤੇ ਬਿਗੜੀ, ਵੀ ਹੋ ਸਕਦਾ ਮੈਥੋਂ ਹੀ ਕਿਤੇ ਨਾ ਕਿਤੇ ਕੋਈ ਖਰਾਬੀ ਹੋ ਗਈ ਹੋਵੇ। ਪਰ ਉਹ ਮੰਨਣ ਵਾਸਤੇ ਤਿਆਰ ਨਹੀਂ ਭਾਈ ਸਾਹਿਬ ਜੀ। ਕਿਤੇ ਨਾ ਕਿਤੇ ਅੱਜ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਵਿੱਚ ਵਿਚਾਲੇ ਵਾਲੇ ਲੋਕ ਵਿਚਾਰੇ ਇੰਨੀ ਦੁਵਿਧਾ 'ਚ ਨੇ, ਕੋਈ ਉਹਦੇ ਨਾਲ ਜਾ ਖੜਦਾ, ਕੋਈ ਉਹਦੇ ਨਾਲ। ਸਮਰਥ ਅੱਜ ਸਿੱਖ ਜਿਹੜਾ ਪੰਥ ਹੈ ਇਹ ਸਮਰਥਕਾਂ ਦਾ, ਅੱਡੋ ਅੱਡੀ ਮੰਨ ਲਓ ਸੰਪਰਦਾਵਾਂ ਦੇ ਸਮਰਥਕਾਂ ਦੇ ਇੱਕ ਟੋਲਿਆਂ 'ਚ ਵੰਡਿਆ ਜਾ ਰਿਹਾ। ਮੈਨੂੰ ਅਸੀਂ ਅੱਜ ਇਹ ਪੰਥ ਦੀ ਵਿਆਖਿਆ ਕਰਨੀ ਬੜੀ ਔਖੀ ਹੋ ਜਾਂਦੀ ਵੀ ਪੰਥ ਕਿਹਨੂੰ ਆਖੀਏ। ਜਿਹੜੀ ਸੰਗਤ ਭਾਈ ਰਣਜੀਤ ਸਿੰਘ ਨਾਲ ਖੜੀ ਹੈ ਉਹਨੂੰ ਪੰਥ ਆਖੀਏ ਕਿ ਭਾਈ ਆਪਣੇ ਜਥੇਦਾਰ ਸਾਹਿਬ ਨਾਲ ਜਿਹੜੀ ਸੰਗਤ ਖੜੀ ਹੈ ਉਹਨੂੰ ਪੰਥ ਆਖੀਏ, ਇੱਦਾਂ ਦਾ ਸਿਸਟਮ ਬਣਿਆ ਪਿਆ। ਸੋ ਇਹ ਸਨ ਭਾਈ ਸੁਖਵਿੰਦਰ ਸਿੰਘ ਜੀ ਸਿੰਘਪੁਰਾ ਵਾਲੇ। ਅਸੀਂ ਸਿੱਖੀਜ਼ਮ TV ਵੱਲੋਂ ਇਹਨਾਂ ਨੂੰ ਸਾਡੇ ਨਾਲ ਰੂਬਰੂ ਹੋਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।